ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਸੀਜੇ ਸਿੱਧੂ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਐਵਰੀ ਥਰਸਡੇ ਅਸੀਂ ਤੁਹਾਡੇ ਕਿਸੇ ਨਾ ਕਿਸੇ ਪੋਲੀਟੀਸ਼ੀਅਨ ਨਾਲ, ਕਿਸੇ ਕਮਿਊਨਿਟੀ ਐਕਟਿਵਿਸਟ ਨਾਲ ਗੱਲ ਕਰਾਈ ਦੀ ਹੈ। ਤੁਹਾਨੂੰ ਪਤਾ ਹੈ ਕਿ ਹੁਣ ਇਲੈਕਸ਼ਨ ਦਾ ਸਮਾਂ ਆ ਅਤੇ ਜ਼ਿਆਦਾਤਰ ਸਾਡੀ ਗੱਲਬਾਤ ਫੈਡਰਲ ਜਿਹੜੇ ਕੈਂਡੀਡੇਟਸ ਹੈ ਜਾਂ ਜਿਹੜੇ MPs ਹੈ ਤੇ ਰਨਿੰਗ ਅਗੇਨ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਤਾਂ ਕਿ ਡਿਫਰੈਂਟ ਜਿਹੜੇ ਪੋਲੀਟੀਕਲ ਪਲੈਟਫਾਰਮ ਹੈ ਉਹਨਾਂ ਦੇ ਬਾਰੇ ਗੱਲ ਕੀਤੀ ਜਾ ਸਕੇ। ਵੈਸੇ ਜੇ ਦੇਖਿਆ ਜਾਵੇ ਹੁਣ ਵਰਲਡ ਵਾਈਡ ਜਿਹੜੀ ਸਿਚੁਏਸ਼ਨ ਹੈ, ਫਿਰ ਜਿਹੜੀ ਪੈਂਡੈਮਿਕ ਦੀ ਸਿਚੁਏਸ਼ਨ ਕਾਫੀ ਵਿਗੜ ਰਹੀ ਹੈ ਅਤੇ 4th ਵੇਵ ਦਾ ਕਾਫੀ ਡਰ ਕਿਹਾ ਜਾ ਰਿਹਾ ਹੈ। ਆਪਣੇ ਬ੍ਰਿਟਿਸ਼ ਕੋਲੰਬੀਆ 'ਚ ਵੀ ਆਲਮੋਸਟ ਮੋਰ ਦੈਨ 800 ਕੇਸਿਸ ਹੋ ਚੁੱਕੇ ਹੈ ਇੱਕ ਦਿਨ ਦੇ ਵਿੱਚ। ਸੋ ਇਟਸ ਵੈਰੀ ਅਲਾਰਮਿੰਗ ਅਤੇ ਇਸ ਦਾ ਡਰ ਹੈਗਾ ਵੀ ਇਹ 4th ਵੇਵ ਜਿਹੜੀ ਹੈ, ਕਈ ਤਾਂ ਇਹ ਕਹਿ ਰਹੇ ਕਿ ਆਲਰੇਡੀ ਇਸ ਦੇਅਰ, ਅਤੇ ਇਸ ਦੇ ਸਦਕਾ ਅਲਬਰਟਾ ਨੇ ਤਾਂ ਆਲਰੇਡੀ ਜਿਹੜਾ ਬੂਸਟਰ ਸ਼ਾਟ ਹੈ, ਜਿਹੜਾ ਤੀਜਾ ਸ਼ਾਟ ਹੈ, ਉਹ ਉਹਨਾਂ ਨੇ ਆਪਣੇ ਅਪਰੂਵ ਕਰਤਾ ਆ ਐਂਡ ਦੈਨ ਇਨ ਅਮੈਰੀਕਾ ਐਜ਼ ਵੈਲ। ਸੋ ਇਹ ਜਿਹੜੀ ਬੜੀ ਦੁਖਨੁਮਾ ਇੱਕ ਤਰ੍ਹਾਂ ਦੀ ਨਿਊਜ਼ ਹੈ, ਕਿਉਂਕਿ ਆਪਾਂ ਸੋਚਿਆ ਸੀ ਕਿ ਜਦੋਂ 70-80% ਪੀਪਲ ਨੂੰ ਵੈਕਸੀਨ ਲੱਗ ਜੂਗਾ ਅਤੇ ਆਪਾਂ ਫਿਰ ਨੋਰਮਲਾਈਜ਼ ਜਿਹੜੀ ਲਾਈਫ ਹੈਗੀ ਹੈ ਉਹ ਆਪਣੀ ਸ਼ੁਰੂ ਹੋ ਜੂਗੀ। ਲੇਕਿਨ ਲੱਗਦਾ ਆ ਕਿ ਇਹ ਪੀਰੀਅਡ ਐਕਸਟੈਂਡ ਹੁੰਦਾ ਲੱਗਦਾ ਹੈ, ਕਿਉਂਕਿ ਇਹ ਜਿਹੜੀ ਰਿਸਟ੍ਰਿਕਸ਼ਨਸ ਹੈ ਇਹ ਗੌਰਮੈਂਟਸ ਨੇ ਫਿਰ ਟਾਈਟ ਕਰ ਦੇਣੀ ਹੈ। ਤੁਹਾਨੂੰ ਪਤਾ ਹੀ ਹੈ ਕਿ ਮਾਸਕ ਜਿਹੜਾ ਮੈਂਡੇਟ ਹੈ ਇਨਸਾਈਡ ਆਪਾਂ ਨੂੰ ਹੁਣ ਲਾਉਣਾ ਪੈਂਦਾ ਆ, ਅਤੇ ਇਸ ਦੇ ਨਾਲ ਨਾਲ ਦੂਸਰੇ ਪਾਸੇ ਜਿਹੜੇ ਮੁਜ਼ਾਹਰੇ ਹੋ ਰਹੇ ਆ ਉਹ ਵੀ ਬੜੇ ਨਿਰਾਸ਼ਾਜਨਕ ਹੈ, ਕਿਉਂਕਿ ਮੁਜ਼ਾਹਰੇ ਕਰ ਰਹੇ ਆ ਜਿਹੜੇ ਐਂਟੀ ਮਾਸਕਰਸ ਹੈ ਅਤੇ ਇੱਧਰੋਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ, ਹੌਸਪੀਟਲਾਂ ਜਿਹੜੇ ਨੰਬਰ ਹੈ ਉਹ ਵੱਧ ਰਹੇ ਆ, ਪਰ ਦੂਜੇ ਪਾਸੇ ਉਹ ਜਿਹੜੇ ਮੁਜ਼ਾਹਰੇ ਕਰ ਰਹੇ ਆ ਖਾਸ ਕਰਕੇ ਜਿਹੜੇ ਫਰੰਟ ਲਾਈਨ ਵਰਕਰਸ ਹੈ ਹੌਸਪੀਟਲਾਂ ਜਾ ਕੇ ਕਰਨ ਲੱਗੇ। ਬੜੀ ਨਿਰਾਸ਼ਾਜਨਕ ਗੱਲ ਹੈ ਅਤੇ ਇਹਨਾਂ ਦੀ ਆਪਾਂ ਨੂੰ ਬੜੇ ਹੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਨੀ ਚਾਹੀਦੀ ਹੈ, ਕਿਉਂਕਿ ਅਦਰਵਾਈਜ਼ ਇਸ ਤਰ੍ਹਾਂ ਦੇ ਜਿਹੜੇ ਥੋੜ੍ਹੇ ਜਿਹੇ ਐਲੀਮੈਂਟ ਹੈ ਬੜੇ ਇਨੇ ਮਾਈਨੋਰਟੀ ਲੋਅਰ ਪਰਸੈਂਟੇਜ ਦੇ ਵਿੱਚ ਹੈਗੇ ਆ, ਤਾਂ ਕਿ ਉਹਨਾਂ ਦਾ ਜਿਹੜਾ ਅਗਲੀ ਹੈਡ ਹੈ ਇਹ ਨਾ ਹੋਵੇ ਕਿ ਦੂਜਿਆਂ ਦਾ ਵੀ ਨੁਕਸਾਨ ਹੋਣ ਲੱਗੇ। ਬਾਕੀ ਫਾਇਰਸ ਦੀ ਜਿਹੜੀ ਸਿਚੁਏਸ਼ਨ ਹੈ ਉਹ ਨਹੀਂ ਸੁਧਰ ਰਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ। ਇਹਦੇ ਨਾਲ ਮਿਲਦਾ ਜੁਲਦਾ ਜਿਹੜਾ ਇਸ਼ੂ ਹੈ ਇਨਵਾਇਰਮੈਂਟ ਦੇ ਇਸ਼ੂ ਦੀਆਂ ਕਾਫੀ ਗੱਲਾਂ ਵੱਧ ਰਹੀਆਂ, ਕਿਉਂਕਿ ਜਿਹੜੀ ਗਲੋਬਲ ਵਾਰਮਿੰਗ ਹੈ ਉਹਦੇ ਕਰਕੇ ਇਹ ਜਿਹੜਾ ਇਨਵਾਇਰਮੈਂਟ ਹੈ ਅਤੇ ਇਹਦੀ ਗੱਲਬਾਤ ਵੀ ਤੁਹਾਡੇ ਨਾਲ ਕਰਾਂਗੇ। ਅਤੇ ਬਾਕੀ ਇਨਵਾਇਰਮੈਂਟ ਦੇ ਸਦਕਾ ਹੀ ਫਲੱਡਿੰਗ ਹੋ ਰਹੀ ਹੈ, ਨਿਊਯਾਰਕ 'ਚ ਫਲੱਡਿੰਗ ਹੋ ਰਹੀ ਹੈ। ਸੋ ਕਾਫੀ ਨਿਰਾਸ਼ਾਜਨਕ ਜਿਹੜੀਆਂ ਖਬਰਾਂ ਉਹ ਸਾਹਮਣੇ ਉੱਭਰ ਕੇ ਆ ਰਹੀਆਂ, ਅਤੇ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਮੇਰੇ ਨਾਲ ਸ਼ਾਮਲ ਹਨ ਪਰਮ ਬੇਨਸ। ਪਰਮ ਬੇਨਸ ਨੂੰ ਕੋਈ ਲੰਮੀ ਚੌੜੀ ਇੰਟਰੋਡਕਸ਼ਨ ਦੀ ਲੋੜ ਨਹੀਂ ਹੈਗੀ, ਸਾਊਥ ਏਸ਼ੀਅਨ ਕਮਿਊਨਿਟੀ 'ਚ ਇਹ ਕਾਫੀ ਵਿਚਰਦੇ ਹੈ ਅਤੇ ਹੁਣ ਇਹ ਸਟੀਵਸਟਨ ਰਿਚਮੰਡ ਈਸਟ ਤੋਂ ਮੈਂਬਰ ਆਫ ਪਾਰਲੀਮੈਂਟ ਲਿਬਰਲ ਪਾਰਟੀ ਆਫ ਕੈਨੇਡਾ ਦੇ ਮੈਂਬਰ ਹੈ। ਹੀ ਇਜ਼ ਮੈਰਿਡ, ਹਿਜ਼ ਵਾਈਫ ਗੁਰਪ੍ਰੀਤ ਐਂਡ 2 kids, ਵੈਰੀ ਯੰਗ ਡਾਟਰ ਹਸੀਨਾ 13 ਐਂਡ ਦਇਆਵੀਰ 10। ਅਤੇ ਜੇ ਆਪਾਂ ਪਰਮ ਦੀ ਬੈਕਗਰਾਊਂਡ ਜਾਂ ਇੰਟਰੋਡਕਸ਼ਨ ਦੇਖੀਏ, ਇਹ ਇਜ਼ ਬੋਰਨ ਇਨ ਵਿਕਟੋਰੀਆ। 1 ਸਾਲ ਦੇ ਸੀ ਜਦੋਂ ਕਿ ਇਹ ਰਿਚਮੰਡ ਆ ਗਏ ਸੀਗੇ। ਸੋ ਇਹ ਸਾਰੀ ਉਮਰ ਇਹਨਾਂ ਨੇ ਆਪਦੀ ਰਿਚਮੰਡ ਦੇ ਸਪੈਂਡ ਕੀਤੀ ਹੈ। ਅਤੇ ਬਾਕੀ ਐਜ਼ ਏ ਮੀਡੀਆ ਰਿਲੇਸ਼ਨਸ ਆਫਿਸਰ ਗੌਰਮੈਂਟ ਆਫ ਬ੍ਰਿਟਿਸ਼ ਕੋਲੰਬੀਆ ਦੇ ਤੌਰ 'ਤੇ ਤੁਸੀਂ ਇਹਨਾਂ ਨੂੰ ਜਿਹੜੇ ਪ੍ਰੀਮੀਅਰਸ ਹੈ ਸਾਰੇ ਹੀ ਐਂਡ ਲਾਸਟ ਪ੍ਰੀਮੀਅਰ ਕ੍ਰਿਸਟੀ ਕਲਾਰਕ ਦੇ ਨਾਲ ਤੁਸੀਂ ਕਾਫੀ ਦੇਖਿਆ ਆ। ਅਤੇ ਇਹਨਾਂ ਨੇ ਇਸ ਤੋਂ ਰਾਈਟ ਨਾਓ ਜਿਹੜੇ ਕਿ ਆਪਣਾ ਕਾਲਜ ਹੈਗਾ ਆ ਕੁਆਂਟਲਨ ਯੂਨੀਵਰਸਿਟੀ ਕਾਲਜ, ਉਹਨੂੰ ਹੁਣ ਯੂਨੀਵਰਸਿਟੀ ਕਹਿਣ ਲੱਗ ਪਏ ਆ, ਉੱਥੇ ਐਜ਼ ਏ ਲੈਕਚਰਰ ਦੇ ਤੌਰ 'ਤੇ ਵੀ ਕੰਮ ਕਰ ਰਹੇ ਆ। ਅਤੇ ਇਹਨਾਂ ਨੂੰ 17 ਸਾਲ ਹੋ ਗਏ ਕਿ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਹੈ ਕਮਿਊਨੀਕੇਸ਼ਨ ਦੇ ਵਿੱਚ, ਪਬਲਿਕ ਐਂਡ ਸਟੇਕ ਹੋਲਡਰ ਇੰਗੇਜਮੈਂਟ ਦੇ ਵਿੱਚ, ਪਬਲਿਕ ਪਾਲਿਸੀ ਡਿਵੈਲਪਮੈਂਟ ਦੇ ਵਿੱਚ ਐਂਡ ਗੌਰਮੈਂਟ ਐਂਡ ਮੀਡੀਆ ਰਿਲੇਸ਼ਨ। ਸੋ ਕਾਫੀ ਇਹਨਾਂ ਦਾ ਲੰਬਾ ਜਿਹੜਾ ਐਕਸਪੀਰੀਅੰਸ ਹੈ ਅਤੇ ਕਾਫੀ ਬੋਰਡਸ 'ਤੇ ਵੀ ਇਹਨਾਂ ਨੂੰ ਸਰਵ ਕਰਨ ਦਾ ਮੌਕਾ ਮਿਲਿਆ, ਜਿਹੜੇ ਕਿ ਕਰੰਟਲੀ ਸਰਵਿੰਗ ਐਜ਼ ਏ ਵਾਈਸ ਚੇਅਰ ਆਫ ਰਿਚਮੰਡ ਕਮਿਊਨਿਟੀ ਫਾਊਂਡੇਸ਼ਨ ਐਂਡ ਉਸ ਤੋਂ ਇਲਾਵਾ ਸਰਵਡ ਔਨ ਏ ਵਰਾਇਟੀ ਆਫ ਬੋਰਡਸ। ਇਹਨਾਂ ਨੇ ਜੀ ਕੰਮ ਕੀਤਾ। ਸੋ ਕਾਫੀ ਕਮਿਊਨਿਟੀ ਦੇ ਵਿੱਚ, ਸਪੋਰਟਸ ਦੇ ਵਿੱਚ ਵੀ ਐਜ਼ ਏ ਕੋਚ ਆਪਦੀ ਕਮਿਊਨਿਟੀ ਦੇ ਵਿੱਚ ਇਹ ਆਲਵੇਜ਼ ਹਿੱਸਾ ਪਾਉਂਦੇ ਆ। ਐਂਡ ਇਸ ਤੋਂ ਇਲਾਵਾ ਇਹਨਾਂ ਨੂੰ ਰਿਵੋਰਡਸ ਵੀ ਇਸ ਸਦਕਾ ਜਿਹੜੇ ਮਿਲੇ ਹੈਗੇ ਆ। 2005 ਦੇ ਵਿੱਚ ਕਮਿਊਨਿਟੀ ਸਰਵਿਸ ਅਵਾਰਡ ਫਰੋਮ ਦਾ ਪ੍ਰੋਵਿੰਸ ਆਫ ਬ੍ਰਿਟਿਸ਼ ਕੋਲੰਬੀਆ। ਉਸ ਤੋਂ ਬਾਅਦ BC ਦੇ ਟੌਪ ਜਿਹੜੇ 100 ਇਨਫਲੂਐਂਸ਼ੀਅਲ ਇੰਡੋ ਕੈਨੇਡੀਅਨਸ ਹੈ ਉਹਨਾਂ ਵੈਨਕੂਵਰ ਸਨ ਨਿਊਜ਼ਪੇਪਰ 2008 ਦੇ ਵਿੱਚ ਇਹਨਾਂ ਦਾ ਨਾਂ ਆਇਆ ਸੀਗਾ। ਐਂਡ ਉਸ ਤੋਂ ਇਲਾਵਾ ਪ੍ਰੀਮੀਅਰ ਇਨੋਵੇਸ਼ਨ ਅਵਾਰਡ ਫॉर ਆਰਗੇਨਾਈਜੇਸ਼ਨਲ ਐਕਸਲੈਂਸ ਫਰੋਮ ਦਾ ਪ੍ਰੋਵਿੰਸ ਆਫ ਬ੍ਰਿਟਿਸ਼ ਕੋਲੰਬੀਆ ਇਨ 2011।
ਇਸ ਤੋਂ ਇਲਾਵਾ ਇਹਨਾਂ ਨੇ ਮਾਸਟਰ ਆਫ ਆਰਟਸ ਦੀ ਜਿਹੜੀ ਡਿਗਰੀ ਹੈ ਇਨ ਪ੍ਰੋਫੈਸ਼ਨਲ ਕਮਿਊਨੀਕੇਸ਼ਨਸ ਵਿਦ ਸਪੈਸ਼ਲਾਈਜੇਸ਼ਨ ਇਨ ਇੰਟਰਨੈਸ਼ਨਲ ਐਂਡ ਇੰਟਰਕਲਚਰਲ ਸਟੱਡੀਜ਼ from Royal Roads University in Victoria. So Parm, I think most people know you in the South Asian community, and welcome to CJ Sidhu Show. Thank you, CJ Saab ji, and thank you for the very wonderful introduction. Mehrbani thodi. Well, you earned it. ਤੁਸੀਂ ਇਹ ਸਾਰੀਆਂ ਚੀਜ਼ਾਂ ਜਦੋਂ ਕਮਿਊਨਿਟੀ ਸਰਵ ਕੀਤੀਆਂ ਹੁੰਦੀਆਂ ਆ ਉਹ ਜਿਹੜੀ ਹੈਗੀ ਆਪਣੀ ਕਮਿਊਨਿਟੀ ਨੂੰ ਵੈਸੇ ਤਾਂ ਜਾਣਦੇ ਹੀ ਆ ਪਰ ਕਈ ਵਾਰੀ ਇੰਨਾ ਬਰੀਕੀ ਦੇ ਵਿੱਚ ਪਤਾ ਨਹੀਂ ਹੁੰਦਾ ਕਿ ਜਿਹੜਾ ਕਮਿਊਨਿਟੀ ਨੂੰ ਸਰਵ ਕਰਨ ਵਾਲਾ ਬੰਦਾ ਆ ਅਤੇ ਇਸੇ ਨਾਲ ਹੀ ਮੇਰਾ ਜੁੜਦਾ ਕੁਐਸਚਨ ਇਹ ਹੈ ਵੀ ਤੁਸੀਂ ਪਬਲਿਕ ਸਰਵਿਸ ਤੋਂ ਹੁਣ ਇੱਧਰ ਰਾਜਨੀਤੀ ਦੇ ਵਿੱਚ ਪੈਰ ਰੱਖਣ ਦਾ ਤੁਹਾਡਾ ਕੀ ਰੀਜ਼ਨ ਹੈ? ਜਿੱਦਾਂ ਤੁਸੀਂ ਕਹਿ ਕੇ ਹਟੇ ਆ ਹੁਣ ਮੇਰਾ ਕਾਫੀ ਲੋਕ ਸੰਪਰਕ ਦੇ ਵਿੱਚ ਮੇਰਾ ਕਾਫੀ ਕੰਮ ਆ। ਪਹਿਲਾਂ ਤੋਂ ਮੈਂ ਜਦੋਂ ਕਮਿਊਨਿਟੀ ਦੇ ਨਾਲ ਸਭ ਤੋਂ ਪਹਿਲਾਂ ਜਦੋਂ ਮੈਂ ਸ਼ੁਰੂ ਕੀਤਾ CBC ਗਵਰਨਮੈਂਟ ਦੇ ਨਾਲ ਮੈਂ ਕਮਿਊਨਿਟੀ ਲੈਵਲ 'ਤੇ ਮੈਂ ਫੰਕਸ਼ਨ 'ਤੇ ਜਾ ਕੇ ਬੋਲਿਆ ਸੀ। ਉੱਥੋਂ ਮੈਨੂੰ ਕਮਿਊਨਿਟੀ ਲੀਡਰਸ ਨੇ ਹੋਰ ਨੇ ਕਿਹਾ ਸੀ ਵੀ ਇੱਥੇ ਸਾਨੂੰ ਬੱਚਿਆਂ ਨੂੰ ਨਾਲ ਲੈ ਕੇ ਆਇਓ। ਉੱਥੇ ਕਮਿਊਨਿਟੀ ਫੋਰਮ ਸੀ, ਯੂਥ ਫੋਰਮ ਸੀਗਾ। ਐਂਡ ਮਾਈ ਸਟਾਰਟ ਇਨ communications and government ਉੱਥੋਂ ਸ਼ੁਰੂ ਹੋਇਆ ਸੀ। ਯੂਥ ਵਾਇਲੈਂਸ ਦਾ ਜਿਹੜਾ ਇਸ਼ੂ ਸੀ ਪਹਿਲਾਂ ਯੂਥ ਗੈਂਗ ਵਾਇਲੈਂਸ ਐਂਡ ਡਰੱਗ ਇਸ਼ੂ 'ਤੇ ਉਹਨਾਂ ਨੇ ਫੋਰਮ ਹੋਸਟ ਕੀਤਾ ਸੀ ਰਿਚਮੰਡ ਦੇ ਵਿੱਚ। ਉੱਥੇ ਕਾਫੀ ਲੀਡਰਸ ਆਏ ਤਾਂ ਜਦੋਂ ਮੈਂ ਉੱਥੇ ਇੱਕ ਜਸਟ few words I said a few words there ਐਂਡ ਉਸ ਤੋਂ ਬਾਅਦ ਮੈਨੂੰ ਆਪਣੇ ਮਿਨਿਸਟਰ ਆਫ ਮੈਂਟਲ ਸਟੇਟ ਆਫ ਹੈਲਥ BC ਲੈਵਲ 'ਤੇ ਗੁਲਜ਼ਾਰ ਸਿੰਘ ਚੀਮਾ ਹੁਣੀ ਸੀਗੇ ਉਦੋਂ ਐਂਡ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਵੀ ਸਾਨੂੰ ਲੀਏਜ਼ਨ ਦੀ ਲੋੜ ਹੈਗੀ ਆ ਕਮਿਊਨਿਟੀ ਲੈਵਲ 'ਤੇ ਐਂਡ ਦੈਟਸ ਸੋਰਟ ਆਫ ਵੇਅਰ I got my start ਇਨ। ਉਸ ਤੋਂ ਬਾਅਦ ਫਿਰ ਮੈਂ ਬਹੁਤ ਛੇਤੀ ਦੇਣੀ ਮੈਨੂੰ ਰਿਸਪੋਂਸਿਬਿਲਿਟੀਜ਼ ਹੋਰ ਦਿੱਤੀਆਂ ਗਈਆਂ and had a very long career in the BC government. But ਨਾਲ ਦੀ ਨਾਲ ਉਹਦੇ ਮੈਂ ਕਈ ਸੰਸਥਾਵਾਂ ਦੇ ਨਾਲ ਮੈਂ ਕੰਮ ਕੀਤਾ। ਖਾਸ ਕਰਕੇ ਹੁਣ ਮੈਂ ਰਿਚਮੰਡ ਕਮਿਊਨਿਟੀ ਫਾਊਂਡੇਸ਼ਨ ਦੇ ਵਿੱਚ ਜਿਹੜਾ ਕੰਮ ਕੀਤਾ ਆ ਉੱਥੇ ਮੈਨੂੰ ਜ਼ਿਆਦਾ ਮਹਿਸੂਸ ਹੋਇਆ ਵੀ ਆਪਣੀਆਂ ਸੰਸਥਾਵਾਂ ਤਾਂ ਕਿੰਨੀਆਂ ਆ ਸਹੂਲਤਾਂ ਵੀ ਬਹੁਤ ਹੈਗੀਆਂ ਆ ਬਟ ਸਟਿਲ ਹਾਲੇ ਵੀ ਫਿਰ ਵੀ ਗੈਪ ਹੈਗੇ ਆ ਜਿੱਥੇ ਜਿੱਥੇ ਸਪੋਰਟ ਦੀ ਲੋੜ ਹੈਗੀ ਆ ਸਰਵਿਸ ਦੀ ਲੋੜ ਹੈਗੀ ਆ ਦੇਰ ਸਮ ਗੈਪਸ ਹੀਅਰ ਐਂਡ ਦੇਅਰ ਐਂਡ ਬਾਕੀ ਮੈਂ ਐਜ਼ ਅ ਯੂਨੀਵਰਸਿਟੀ ਇੰਸਟਰਕਟਰ ਨਾਓ ਮੇਰੇ ਕਲਾਸਰੂਮ ਦੇ ਵਿੱਚ ਬੱਚੇ ਯੰਗ ਆਉਂਦੇ ਆ ਤਾਂ ਉਹ ਵੀ ਕਾਫੀ ਮਹਿਸੂਸ ਕਰ ਰਹੇ ਆ ਵੀ ਫਿਊਚਰ ਦੇ ਵਿੱਚ ਸਾਡੇ ਲਈ ਕੀ ਹੈਗਾ। ਤੁਹਾਨੂੰ ਪਤਾ ਹੈ ਮਹਿੰਗਾਈ ਕਾਫੀ ਹੋ ਰਹੀ ਆ ਤੁਸੀਂ ਮੈਂਸ਼ਨ ਕਰਕੇ ਹਟੇ ਮੇਰੇ ਬੱਚੇ ਵੀ ਛੋਟੇ ਹੈਗੇ ਆ ਐਂਡ ਅਸੀਂ ਦੇਖਦੇ ਹਾਂ ਵੀ ਗਾਹਾਂ ਉਹਨਾਂ ਦਾ ਫਿਊਚਰ ਕੀ ਆ ਐਂਡ ਵੀ ਸੀ ਘਰਾਂ ਦੀ ਮਹਿੰਗਾਈ ਅਫੋਰਡੇਬਿਲਟੀ ਜਿਹੜਾ ਇਸ਼ੂ ਹੈਗਾ ਉਹ ਐਕਚੁਅਲੀ ਮੈਨੂੰ ਮੈਂ ਉਹਦੇ ਬਾਰੇ ਕਾਫੀ ਗੱਲਬਾਤ ਕਰ ਚੁੱਕਾ। ਜੈਂਟਲ ਡੈਂਸਿਟੀ ਬਾਰੇ ਮੈਂ ਕਾਫੀ ਗੱਲਬਾਤ ਕਰ ਚੁੱਕਾ। ਜ਼ੋਨਿੰਗ ਇਸ਼ੂਜ਼ ਜਿਹੜੇ ਹੈਗੇ ਘਰਾਂ ਦੇ ਉਹਦੇ ਬਾਰੇ ਮੈਂ ਕਾਫੀ ਇਨਵੋਲਵਮੈਂਟ ਮੇਰਾ ਹੈਗਾ। ਮੈਂ ਉਹਦੇ ਵਿੱਚ ਮਿਊਨਿਸਪਲ ਲੈਵਲ 'ਤੇ ਵੀ ਕਾਫੀ ਮੈਂ ਆਈਡੀਆਜ਼ ਇੰਟਰੋਡਿਊਸ ਕੀਤੇ ਸੀ। So and you ran unsuccessfully for a councillor as well? Yes, so and that was a few years ago. So that was my beginning because I thought ਉਦੋਂ ਕਾਫੀ ਇੰਪੋਰਟੈਂਟ ਇਸ਼ੂ ਸੀ ਐਂਡ ਉਦੋਂ ਤੋਂ ਲੈ ਕੇ ਹੁਣ ਤੱਕ ਹਾਲੇ ਵੀ ਇਹ ਇੰਪੋਰਟੈਂਟ ਇਸ਼ੂ ਹੈਗਾ ਐਂਡ ਕੰਮ ਕਾਫੀ ਰਹਿੰਦਾ ਆ ਐਂਡ ਜੇ ਆਪਾਂ ਗਾਹਾਂ ਚਾਹੁੰਦੇ ਪਏ ਆਪਣੇ ਬੱਚੇ ਅੱਛੀ ਜ਼ਿੰਦਗੀ ਇੱਥੇ ਗੁਜ਼ਾਰ ਸਕਣ ਸਾਡੇ ਜਿੱਦਾਂ ਅਸੀਂ ਗੁਜ਼ਾਰੀ ਹੈ ਛੋਟੇ ਹੁੰਦਿਆਂ ਨੂੰ। ਸੋ ਕਮਿਊਨਿਟੀ ਲੈਵਲ 'ਤੇ ਤੁਹਾਨੂੰ ਕਮਿਊਨਿਟੀ ਹੈਲਥੀ ਕਮਿਊਨਿਟੀ ਬਿਲਡ ਕਰਨੀ ਪੈਂਦੀ ਹੈ। ਸੋ ਉਹ ਇਸ ਵੇਲੇ ਆਪਾਂ ਦੇਖ ਰਹੇ ਹਾਂ ਵੀ ਹਰ ਇੱਕ ਜਣਾ ਕਹਿ ਰਿਹਾ ਹੈ ਵੀ ਕਮਿਊਨਿਟੀ ਨਹੀਂ ਆਪਣੀ ਹੈਗੀ ਐਨੀਮੋਰ ਰਾਈਟ। ਆਪਾਂ we're not building in a smart way. So it's something that I became passionate about and I want to work on those ideas. ਸੋ ਸਾਡੀ ਗੱਲ ਚੱਲ ਰਹੀ ਹੈ ਪਰਮ ਬੇਨਸ ਜਿਹੜੇ ਕਿ ਕੈਂਡੀਡੇਟ ਹੈ ਲਿਬਰਲ ਕੈਂਡੀਡੇਟ ਫॉर ਮੈਂਬਰ ਆਫ ਪਾਰਲੀਮੈਂਟ ਫਰਮ ਸਟੀਵਸਟਨ ਰਿਚਮੰਡ ਈਸਟ ਰਾਈਡਿੰਗ ਤੋਂ। ਸਾਡੀਆਂ ਫੋਨ ਲਾਈਨਸ ਓਪਨ ਹੈ ਤੁਸੀਂ ਡਾਇਰੈਕਟ ਇਹ ਕੁਐਸਚਨ
ਆਪਣੇ ਪਰਮ ਨੂੰ ਪੁੱਛ ਸਕਦੇ ਹੋ, ਕੋਈ ਵੀ ਤੁਹਾਡੇ ਦਿਮਾਗ 'ਚ ਕੁਐਸਚਨ ਹੋਵੇ ਪੋਲਿਸੀ ਰਿਲੇਟਡ। ਐਂਡ ਸੋ ਪਰਮ, ਫਸਟ ਆਫ ਆਲ ਮੈਂ ਆਲਵੇਜ਼ ਇਸ ਗੱਲ ਫੇਵਰ ਸੀ ਜਦੋਂ ਆਪਣੀ ਕਦੇ ਵੀ ਗੱਲਬਾਤ ਹੋਈ ਹੈ ਕਮਿਊਨਿਟੀ ਦੇ ਵਿੱਚ, ਆਪਣੇ ਸਾਰੇ ਲੋਕ ਕਹਿੰਦੇ ਆ ਵੀ ਆਪਣੇ ਕੈਨੇਡੀਅਨ ਬੋਰਨ ਜਿਹੜੇ ਯੂਥ ਹੈ ਪੰਜਾਬੀ ਨਿਆਣੇ ਸਾਹਮਣੇ ਆਉਣ। ਐਂਡ ਆਈ ਐਮ ਗਲੈਡ ਯੂ ਡੂਇੰਗ ਦੈਟ। ਐਂਡ ਉਹਦੇ ਲਈ ਸੈਕਰੀਫਾਈਸ ਵੀ ਬਹੁਤ ਕਰਨੇ ਪੈਂਦੇ ਆ, ਕਿਉਂਕਿ ਪੋਲੀਟੀਕਲ ਅਰੀਨਾ ਦੇ ਸੇ ਇਟਸ ਬਲੱਡ ਸਪੋਰਟ ਐਂਡ ਇਟਸ ਨਾਟ ਆਲਵੇਜ਼ ਈਜ਼ੀ। ਪਰ ਉੱਥੇ ਜਿਹੜੇ ਬੰਦੇ ਦਾ ਐਕਸਪੀਰੀਅੰਸ, ਜਿਵੇਂ ਤੁਹਾਡਾ ਐਕਸਪੀਰੀਅੰਸ ਹੈ ਆਰਗੇਨਾਈਜੇਸ਼ਨਲ ਸਕਿੱਲਸ, ਕਮਿਊਨੀਕੇਸ਼ਨ ਸਕਿੱਲਸ, ਉਹਨੂੰ ਤੁਸੀਂ ਜਦੋਂ ਸਿਲੈਕਟ ਹੋਏ ਕਿੱਦਾਂ ਤੁਸੀਂ ਜਿਹੜੇ ਡਿਫਰੈਂਟਲੀ ਪ੍ਰੈਜ਼ੈਂਟ ਕਰੋਗੇ ਕਮਿਊਨਿਟੀ ਦੇ ਇਸ਼ੂਜ਼? ਸੋ ਇਹਦੇ ਵਿੱਚ it's I'm going to try to be kind about it because ਆਪਾਂ ਦੇਖਦੇ ਤਾਂ ਹੈਗੇ, ਸਭ ਤੋਂ ਪਹਿਲਾਂ it is a big sacrifice। ਜਿਹੜਾ ਵੀ ਅੱਗੇ ਆਉਂਦਾ ਆ ਉਹਨਾਂ ਨੂੰ we should be proud ਵੀ ਉਹ ਇੱਕ ਆਵਾਜ਼ ਮੋਰੇ ਲਿਆਉਣ ਲਈ ਔਰ ਕੋਸ਼ਿਸ਼ ਕੀਤੀ ਆ। ਕੋਈ ਨਾ ਕੋਈ doesn't matter who it is, right? ਉਹਨਾਂ ਨੇ ਆਪਣਾ ਉਹਨਾਂ ਦਾ ਕੋਈ ਖਿਆਲ ਹੋਊਗਾ, ਕੋਈ ਇਸ਼ੂਜ਼ ਦੇ ਗੱਲਬਾਤ ਕਰਨ ਲਈ ਉਹਨਾਂ ਦੇ ਕੋਈ ਆਈਡੀਆਜ਼ ਹੋਣੇ ਚਾਹੀਦੇ। ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਜਦੋਂ ਆਪਾਂ ਸੂਬੇ ਦੀਆਂ ਗੱਲਾਂ ਕਰਦੇ ਹਾਂ ਜਾਂ ਆਪਾਂ ਆਪਣੇ ਕੰਟਰੀ ਦੀ ਗੱਲਾਂ ਕਰਦੇ ਹਾਂ, ਇਹ ਆਈਡੀਆਜ਼ ਦੇ ਨਾਲ ਚੱਲਦਾ ਸਾਰਾ ਕੁਛ। ਪੋਲਿਸੀ ਲੈਵਲ 'ਤੇ ਜਿਹੜੀਆਂ ਰੂਲਸ ਜਾਂ ਰੈਗੂਲੇਸ਼ਨਸ ਆ ਉਹਦੇ ਨਾਲ ਤਾਂ ਆਪਾਂ ਚੱਲਦੇ ਹਾਂ, ਆਪਾਂ ਕੰਮ ਚਲਾਉਂਦੇ ਹਾਂ। ਸੋ ਜੋ ਵੀ ਕੋਈ ਆਈਡੀਆਜ਼ ਨਵੇਂ ਲਿਆਉਂਦਾ ਅੱਗੇ ਸਾਹਮਣੇ, ਤਾਂ ਉਹ ਕਹਿ ਰਹੇ ਆ ਵੀ ਓਕੇ ਮੈਂ ਹੁਣ ਇਸ ਆਈਡੀਆਜ਼ ਨੂੰ ਮੂਹਰੇ ਲਿਆ ਕੇ ਮੈਂ ਇਹ 'ਤੇ ਕੰਮ ਕਰਨਾ ਚਾਹੁੰਦਾ। ਵੀ ਸ਼ੁੱਡ ਬੀ ਹੈਪੀ ਅਬਾਊਟ ਦੈਟ। ਬਟ ਆਈ ਥਿੰਕ ਉਸ ਤੋਂ ਇਲਾਵਾ it is a difficult thing and sometimes ਸਾਰਾ ਪੂਰਾ ਸੋਚ ਕੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਫਿਰ ਅਸਲੀਅਤ ਪਤਾ ਲੱਗਦੀ ਹੈ ਵੀ ਓਕੇ ਇਹ ਹੋ ਸਕਦੇ ਆ, ਇਹ ਕੰਮ ਹੋ ਵੀ ਸਕਦੇ ਆ ਜਾਂ ਸੋ ਆਈ ਥਿੰਕ ਕਈ ਵਾਰੀ ਆਪਾਂ ਨੂੰ ਦੇਖਣਾ ਚਾਹੀਦਾ ਹੈ ਵੀ ਜਾਂ ਇਨਕਰੇਜ ਵੀ ਕਰਨਾ ਚਾਹੀਦਾ ਆ ਜਿਹਦੇ ਕੋਲ ਐਕਸਪੀਰੀਅੰਸ ਹੈਗਾ ਆ, ਉਹਨਾਂ ਨੂੰ ਆਪਾਂ ਪੁੱਛ ਕਰੀਏ ਵੀ ਤੁਸੀਂ ਸਾਹਮਣੇ ਆਓ। ਤਾਂ ਆਪਾਂ ਨੂੰ ਸਟਰੋਂਗ ਲੀਡਰਸ ਦੀ ਲੋੜ ਹੈਗੀ ਆ। ਹੁਣ ਕਈ ਆਪਣੇ ਕਮਿਊਨਿਟੀ ਦੇ ਵਿੱਚ ਇਸ਼ੂਜ਼ ਹੁੰਦੇ ਆ, ਆਪਾਂ ਕਈ ਵਾਰੀ ਸਾਹਮਣੇ ਨਹੀਂ ਲਿਆਉਂਦੇ ਕਰਕੇ ਆਵਾਜ਼ ਨਹੀਂ ਕਿਸੇ ਦੀ ਹੈਗੀ ਜਿਹੜੀ ਲਿਆ ਸਕਦੇ। ਸੋ ਦਿਸ ਇਜ਼ ਦਾ ਥਿੰਗ, ਆਈ ਥਿੰਕ ਇਟਸ ਇੰਪੋਰਟੈਂਟ। ਇਹ ਬਹੁਤ ਜ਼ਰੂਰੀ ਗੱਲ ਹੈ। ਅਤੇ ਇਸ ਦੇ ਨਾਲ ਜੁੜਦੀ ਆਪਾਂ ਕਈ ਜਿਹੜੇ ਟੌਪਿਕਸ ਹੈਗੇ ਆ, ਫਿਰ ਆਪਾਂ ਥੋੜ੍ਹੇ ਪਾਰਟੀ ਪਲੈਟਫਾਰਮ ਦੀ ਗੱਲ ਕਰਦੇ ਹਾਂ ਬਿਕੋਜ਼ ਦੈਟਸ ਮੇਨ ਮੁੱਦਾ। ਸੋ ਇਸ ਦੇ ਨਾਲ ਜਦੋਂ ਤੁਸੀਂ ਔਰਗਨਾਈਜੇਸ਼ਨ ਲੈਵਲ 'ਤੇ ਡਿਫਰੈਂਟ ਲੈਵਲ 'ਤੇ ਤੁਸੀਂ ਸਰਵ ਕੀਤਾ, ਅਤੇ ਆਲਵੇਜ਼ ਉਹ ਗੱਲ ਆਉਂਦੀ ਹੈ ਰੇਸਿਜ਼ਮ ਦੀ, ਸਿਸਟੈਮਿਕ ਰੇਸਿਜ਼ਮ ਦੀ। ਪਹਿਲਾਂ ਤਾਂ ਥੋੜ੍ਹਾ ਪਰਸਨਲ ਐਕਸਪੀਰੀਅੰਸ ਦੱਸੋ ਬਈ ਆਲਵੇਜ਼ ਆਪਣੇ ਕਮਿਊਨਿਟੀ ਦੇ ਵਿੱਚ ਗੱਲ ਹੁੰਦੀ ਹੈ ਵੀ ਜਦੋਂ ਕੋਈ ਪ੍ਰਮੋਸ਼ਨ ਦੀ ਟਾਈਮ ਆਉਂਦੇ ਹੈ, ਬੋਰਡਸ ਦੇ ਅਪੁਆਇੰਟਮੈਂਟਸ ਦੀ ਗੱਲ ਆਉਂਦੀ ਹੈ, ਐਂਡ ਦੇ ਟਰਾਈ ਟੂ ਪੁਸ਼ ਬੈਕ ਦ ਐਥਨਿਕ ਕਮਿਊਨਿਟੀਜ਼, ਮਾਈਨੋਰਟੀਜ਼, ਫੀਮੇਲਸ, ਯੂਥ। ਇਸ ਦੇ ਬਾਰੇ ਥੋੜ੍ਹਾ ਪਰਸਨਲ ਕੀ ਐਕਸਪੀਰੀਅੰਸ ਹੈ ਅਤੇ ਤੁਹਾਡੀ ਸੋਚ ਕੀ ਹੈ ਇਸ ਬਾਰੇ? It's a good question. I think ਦੇਖੋ on a personal level ਇਹਦੇ ਵਿੱਚ ਕੋਈ ਸ਼ੱਕ ਨਹੀਂ। I was born here in Canada. However, ਅਸੀਂ ਵੀ racism ਦੇ experience ਬਹੁਤ ਕੀਤਾ ਜਦੋਂ ਅਸੀਂ ਛੋਟੇ ਹੁੰਦੇ ਸੀ। ਸਕੂਲ ਨੂੰ ਜਾਣਾ ਤਾਂ ਅਗਲੇ ਤੁਹਾਨੂੰ ਚੇਸ ਕਰਦੇ ਆ ਜਾਂ ਕੁਛ। This happened to all of us growing up, right? And a good friend of mine, ਉਹਨੇ ਬਾਲ ਰੱਖੇ ਸੀ, so he was ਉਹਦੇ ਕੋਲ ਜੂੜਾ ਰੱਖਿਆ ਸੀ, and we used to walk to school together every day, and we would get bugged just because of that. So we experienced it, no doubt, right? ਹੁਣ ਆਪਾਂ ਬੱਚਿਆਂ ਨੂੰ ਦੇਖਦੇ ਹਾਂ, ਉਹਨਾਂ ਨੂੰ ਸ਼ਾਇਦ ਇੰਨਾ ਨਹੀਂ ਮਹਿਸੂਸ ਹੁੰਦਾ at a school level 'ਤੇ, but ਹੁਣ ਆਪਾਂ ਦੇਖਦੇ ਹਾਂ at a professional level, right? ਜਿਹੜੀ ਇੰਸਟੀਟਿਊਸ਼ਨਲ ਰੇਸਿਜ਼ਮ ਹੈਗੀ ਆ, ਇਹ ਇੰਸਟੀਟਿਊਸ਼ਨਲ ਰੇਸਿਜ਼ਮ ਦਾ ਮਤਲਬ ਕੀ ਆ? ਇਟ ਕਮਸ ਡਾਊਨ ਫਰੋਮ ਆਰ ਨਿਊਜ਼ਪੇਪਰ, ਆਰ ਮੀਡੀਆ ਸਿਸਟਮ, ਜਿਹੜਾ ਇੱਥੇ ਸ਼ੁਰੂ ਤੋਂ ਵੈਂਕੂਵਰ ਸਨ, ਵੈਂਕੂਵਰ ਪ੍ਰੋਵਿੰਸ, ਰਾਈਟ? ਦੇਅਰ ਇੰਸਟੀਟਿਊਸ਼ਨਸ। ਆਪਣੀ RCMP ਦੇ ਵਿੱਚ ਦੇਖੋ ਕਿੱਦਾਂ ਹੋਇਆ, ਆਪਣੇ ਢਿੱਲੋਂ ਸਾਹਿਬ ਦੇ ਨਾਲ, ਆਪਣੇ ਵੈਟਰਨਸ ਦੇ ਨਾਲ ਦੇਖੋ ਕੀ ਹੋਇਆ ਮੈਨੀ ਈਅਰਸ ਅਗੋ, ਰਾਈਟ? Lieutenant Colonel ਪ੍ਰੀਤਮ ਸਿੰਘ ਹੋਣਾ ਦੇ ਨਾਲ, right? We had to fight for that,
And then we still see it in sports. I went through it through sports. ਅਸੀਂ in for example ਅਸੀਂ ਜਦੋਂ ਹਾਈ ਸਕੂਲ ਦੇ ਵਿੱਚ ਸਾਡੇ ਬੱਚੇ ਪੰਜਾਬੀ ਕਮਿਊਨਿਟੀ ਤੋਂ ਟੌਪ ਲੈਵਲ ਦੇ ਜਿਹੜੇ ਸਾਰੇ ਫੁੱਟਬਾਲ ਪਲੇਅਰਸ ਸੀ ਸਾਰੇ ਅਸੀਂ at one time we were all at the same school, but the coach had a very difficult time to say, okay, I can't pick all these guys, they're all from the Punjabi community, none of these white kids will be able to play on the team. So these things we've experienced this throughout our lifetime, and ਹੁਣ ਆਪਾਂ ਦੇਖਦੇ ਹਾਂ professional level ਤੇ board appointments ਤੁਸੀਂ ਕਹਿ ਕੇ ਹਟੇ ਆ ਹੁਣ ਆਪਾਂ politics, yes, right? ਜੇ ਤੁਸੀਂ ਦੇਖੋ ਆਪਣੇ ਜਿਹੜੇ ਬਿਊਰੋਕਰੇਸੀ ਆ ਜਿਹਦੇ ਵਿੱਚ ਗਵਰਨਮੈਂਟ ਜੌਬ ਸਿਸਟਮਸ ਹੈਗੀਆਂ ਆ ਉੱਥੇ ਆਪਾਂ ਤਾਂ ਹੀ ਇੰਪੈਕਟ ਪਾ ਸਕਦੇ ਹਾਂ ਜੇ ਆਪਾਂ ਲੀਡਰਸ ਚੂਜ਼ ਕਰਦੇ ਹਾਂ ਆਪਣੀ ਕਮਿਊਨਿਟੀ ਤੋਂ। ਆਈ ਆਲਵੇਜ਼ ਟਾਕ ਅਬਾਊਟ ਦਿਸ, ਮੈਂ ਰਿਲੇਟ ਕਰੂੰਗਾ ਸਪੋਰਟਸ ਦੇ ਨਾਲ। ਮੈਨੂੰ ਕਾਫੀ ਪੇਰੈਂਟਸ ਪੁੱਛਦੇ ਹੁੰਦੇ ਭਈ ਓਕੇ ਆਪਣੇ ਬੱਚੇ ਗਾਹਾਂ ਕਿਤੇ ਕਾਹਤੇ ਨਹੀਂ ਜਾਂਦੇ ਕੈਨੇਡਾ ਲੈਵਲ 'ਤੇ ਜਾਂਦੇ ਸਨ, ਅਸੀਂ ਕਰਕੇ ਆਪਣੇ ਕੋਚ ਹੈ ਨਹੀਂ। So we have to encourage more of our coaches to become leaders on the field, and then those kids will get selected too. So ਤੁਸੀਂ ਜੇ ਦੇਖੋ coaches ਕੌਣ ਆ ਹੁਣ ਆਪਣੇ no doubt ਆਪਣੀ community ਦੇ ਵਿੱਚ coaches ਕਾਫੀ ਹੈਗੇ ਪਰ upper level ਤੇ ਨਹੀਂ ਜਾਂਦੇ। ਉਹ ਆਪਣੇ ਖੁਸ਼ ਆ ਵੀ ਆਪਾਂ ਜਿਹੜਾ ਪੰਜਾਬੀ ਗੁਰਦੁਆਰੇ ਦਾ ਟੂਰਨਾਮੈਂਟ ਕਰ ਲਈਏ ਬਹੁਤ ਆ, this is not right. So I think not to criticize the community, but we have to work hard to go to the next we level. have to work harder than we have been. We've already been working very hard. So we have to all look at ourselves and say, okay, ਆਪਾਂ ਨੂੰ ਲੀਡਰਸ਼ਿਪ ਪੋਜੀਸ਼ਨਸ ਲੈਣੀਆਂ ਹਾਸਲ ਕਰਨੀਆਂ ਪੈਣੀਆਂ ਫਿਰ ਹੀ ਆਪਣੇ ਬੱਚੇ ਉੱਥੇ ਗਾਹਾਂ ਜਾਊਗੇ। So we're very proud. We had ਆਪਣੇ Lieutenant Colonel ਹਰਜੀਤ ਸੱਜਣ ਸਾਹਿਬ, ਆਪਣੇ MP ਸੁਖ ਧਾਲੀਵਾਲ ਕਿੰਨੇ ਦੇਰ ਦੇ MP ਰਹੇ ਆ, ਆਪਣੇ MP ਰਣਦੀਪ ਸਰਾਏ ਹੋਣੀ ਆ ਹੁਣ। ਸੋ ਉਹਨਾਂ ਕਰਕੇ ਬੱਚਿਆਂ ਨੂੰ ਜੌਬਸ ਗਾਹਾਂ ਮਿਲੂਗੀਆਂ ਗਵਰਨਮੈਂਟ ਦੇ ਵਿੱਚ, ਰਾਈਟ? ਉਸ ਤੋਂ ਬਾਅਦ ਬ੍ਰੇਕਿੰਗ ਦ ਬੈਰੀਅਰ ਯੂ ਬ੍ਰੇਕ ਦ ਬੈਰੀਅਰ। ਉਸ ਤੋਂ ਬਾਅਦ ਫਿਰ ਗਾਹਾਂ ਹੋਰ ਵੀ ਜਿਹੜੀਆਂ ਨਿੱਕੀਆਂ ਮੋਟੀਆਂ ਜੌਬਸ ਹੈਗੀਆਂ ਆ they will have to give them to and us. I always say that Parm, that ਜਦੋਂ ਆਪਣਾ ਬੰਦਾ ਪੋਲੀਟੀਕਲੀ ਔਰ ਔਨ ਆਰਗੇਨਾਈਜੇਸ਼ਨ ਲੈਵਲ ਜਦੋਂ ਸੀਟ ਤੇ ਬੈਠਾ ਹੁੰਦਾ ਹੈ, ਬੋਰਡ 'ਚ ਬੈਠਾ ਹੁੰਦਾ that I served on a board, ਉਦੋਂ ਜਿਹੜੀ ਸੈਂਸਿਟੀਵਿਟੀ ਹੈ ਉਦੋਂ ਹੋਰ ਵੱਧ ਜਾਂਦੀ ਹੈ। ਉਹਨਾਂ ਨੂੰ ਪਤਾ ਹੁੰਦਾ ਆ ਇੰਸੀਡੈਂਟਸ ਇਹੋ ਜਿਹੇ ਆਉਂਦੇ ਆ ਕਮਿਊਨਿਟੀ ਬੇਸਡ, ਅਤੇ ਉਸ ਦੇ ਬਾਰੇ ਆਪਾਂ ਗੱਲਬਾਤ ਕਰ ਸਕਦੇ ਹਾਂ। ਸੋ ਸਾਡੀ ਗੱਲ ਚੱਲ ਰਹੀ ਹੈ ਪਰਮ ਬੇਨਸ, member of parliament candidate for Liberal Party of Canada from Steveston-Richmond East। ਸਾਡੀਆਂ ਫੋਨ ਲਾਈਨਸ ਉੱਪਰ ਹੈ, ਸਕਰੀਨ 'ਤੇ ਚੱਲ ਰਹੀਆਂ 6046959555। ਤੁਸੀਂ ਫੋਨ ਕਰਕੇ ਇਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ। ਸਪੋਰਟਸ ਦਾ ਵੀ ਐਕਸਪੀਰੀਅੰਸ ਹੈ, ਕਮਿਊਨਿਟੀ ਦਾ ਵੀ ਐਕਸਪੀਰੀਅੰਸ ਹੈ। ਹਾਲਾਂਕਿ ਇਹ ਪੋਲੀਟੀਕਲ ਕਨਵਰਸੇਸ਼ਨ ਹੈਗੀ ਹੈ, ਪਰ ਜਿਹੜੇ ਕਮਿਊਨਿਟੀ ਦੇ ਮੁੱਦੇ ਹੈ ਉਹਨਾਂ ਨੂੰ ਇਹ ਕੈਂਡੀਡੇਟਸ ਕਿਸ ਤਰ੍ਹਾਂ ਹੱਲ ਕਰਨਗੇ, ਇਹ ਗੱਲ ਕਰਨੀ ਇਹਨਾਂ ਨਾਲ ਬਹੁਤ ਜ਼ਰੂਰੀ ਹੈ। ਸੋ ਪਰਮ, my next question is there is a 4 federal Liberal parties. There is a Liberal Party, there is Conservative parties, NDP, there is Green. Why you selected Liberal Party of Canada? Well, I think ਜੇ ਆਪਾਂ ਹੁਣ ਦੇਖੀਏ Liberal Party ਦੀ ਜਿਹੜੀ ਹਿਸਟਰੀ ਆ, ਰਾਈਟ, ਉਹਨਾਂ ਦੀ ਜਿਹੜੇ ਵੈਲਿਊਜ਼ ਆ ਉਹਨਾਂ ਦੀ, ਤਾਂ ਉਹਨਾਂ ਦੀ ਸੋਸ਼ਲ ਵੈਲਿਊਜ਼ ਕਮਿਊਨਿਟੀ ਲੈਵਲ 'ਤੇ ਉਹਨਾਂ ਦੀ ਕੀ ਇੰਗੇਜਮੈਂਟ ਆ, ਸਭ ਤੋਂ ਬੈਸਟ ਉਹਨਾਂ ਦੀ ਉਸ ਪਾਰਟੀ ਦੇ ਜਿਹੜੇ ਵੈਲਿਊਜ਼ ਐਥਿਕਸ ਜੋ ਵੀ ਹੈਗੇ ਆ ਆਪਣੀ ਕਮਿਊਨਿਟੀ ਦੇ ਨਾਲ ਮਿਲਦੇ ਆ। ਇਟਸ ਅਬਾਊਟ ਇਕੁਆਲਿਟੀ। ਦੇਖੋ ਕਿੰਨਾ ਹੁਣ ਆਪਾਂ ਜੇ ਤੁਸੀਂ ਪੂਰਾ 338 ਸੀਟਸ ਦੇਖੋ ਅਕ੍ਰੋਸ ਕੈਨੇਡਾ, ਅਤੇ ਟੀਮ ਦੇਖੋ ਸਾਡੀ, ਲੁੱਕ ਐਟ ਦ ਫੇਸਿਸ। ਹਰ ਇੱਕ ਕਮਿਊਨਿਟੀ ਜਿਹੜੀ ਆਪਣੀ ਕੈਨੇਡਾ ਦੀ ਕੰਟਰੀ ਆ ਉਹਨੂੰ ਰੈਪਰਜੈਂਟ ਕਰ ਰਹੇ ਆ। This party, it's the only party. I mean, you look at the Green, let's just go from the bottom up. Green Party, do you even know any candidates from every community? No. Not no, really. Right? If there is any. Yeah, Conservative Party, right? They like to pick and choose who should represent them, right? And if they don't, if they don't feel that they fit the Canadian values they think, ਜਿਹੜੇ ਉਹ ਸੋਚਦੇ ਪਏ ਕੈਨੇਡੀਅਨ ਵੈਲਿਊ ਆ, ਫਿਰ ਤਾਂ ਉਹ ਕਹਿੰਦੇ ਵੀ ਨੋ,
ਆਪਾਂ ਜਿਹੜੀ ਲਿਬਰਲ ਪਾਰਟੀ ਆ ਉਹਨਾਂ ਦੀ ਸਟਰੈਂਥ ਇਹ ਆ ਵੀ ਜਿਹੜੇ ਆਪਣੇ ਖਿਆਲ ਆ ਸਾਰਿਆਂ ਦੇ ਡਿਫਰੈਂਟ ਖਿਆਲ ਆ, ਆਪਣੀ ਬੈਕਗਰਾਊਂਡ ਸਾਰਿਆਂ ਦੀ ਡਿਫਰੈਂਟ ਆ, ਇਹਦੇ ਨਾਲ ਆਈਡੀਆਜ਼ ਵੀ ਡਿਫਰੈਂਟ ਆਉਂਦੇ ਆ, ਰਾਈਟ। ਜਿਹੜੀ ਸੋਚ ਆ ਆਪਾਂ ਅੱਗੇ ਕਿੱਦਾਂ ਜਾਣਾ, ਆਪਾਂ ਨੇ ਇਕੱਠਿਆਂ ਨੇ ਇੱਥੇ ਰਹਿਣਾ ਆ, ਸੋ why not have the leaders from everywhere to work together? And that's a very good reason why you are with the Liberal Party. ਜਿਵੇਂ ਤੁਸੀਂ ਕਿਹਾ ਕਿ ਜਿਹੜਾ ਇਹਨਾਂ ਦਾ ਵੈਲਿਊ ਸਿਸਟਮ ਹੈ ਜਾਂ ਜਿਹੜੇ ਇਹਨਾਂ ਦਾ ਪਲੈਟਫਾਰਮ ਹੈ ਉਹ ਆਪਣੀ ਕਮਿਊਨਿਟੀ ਨਾਲ ਕਾਫੀ ਮਿਲਦਾ ਜੁਲਦਾ ਆ। ਸੋ ਟਾਕਿੰਗ ਅਬਾਊਟ ਦੈਟ, ਆਪਣੇ ਹੁਣ ਇਲੈਕਸ਼ਨ ਹੈ ਉਸ ਦੇ ਬਾਰੇ ਵੀ ਕਾਫੀ ਕ੍ਰਿਟਿਸਿਜ਼ਮ ਇਹ ਆਇਆ ਵੀ ਪੈਂਡੈਮਿਕ ਦਾ ਟਾਈਮ ਸੀਗਾ, ਗੌਰਮੈਂਟ ਠੀਕ ਚੱਲ ਰਹੀ ਸੀ, ਮਿਸਟਰ ਟਰੂਡੋ ਨੂੰ ਕੀ ਕਾਹਲ ਸੀਗੀ ਇਲੈਕਸ਼ਨ ਕਰਾਉਣ ਦੀ, ਕਿਉਂਕਿ ਜਿਹੜਾ ਨੋਰਮਲੀ ਜਿਹੜੀ ਕਨਵਰਸੇਸ਼ਨ ਹੁੰਦੀ ਹੈ, ਕਿਉਂਕਿ ਪੋਲਸ ਦੇ ਵਿੱਚ ਦੇ ਵਰ ਡੂਇੰਗ ਵੈਲ, ਇਟ ਵਾਜ਼ ਅ ਅਪਰਚੂਨਿਸਟਿਕ ਮੂਵ ਔਨ ਮਿਸਟਰ ਟਰੂਡੋਜ਼ ਪਾਰਟ। what do you think? No, what was the reason to call election? So ਜੇ ਤੁਸੀਂ ਦੇਖੋ, it's a good question. ਹੁਣ ਆਪਾਂ ਤੁਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਆ, ਮੁਜ਼ਾਹਰੇ ਹੋ ਰਹੇ ਆ, yes, right, and we talk about that as right? well. No, but this is one of the reasons. We have a conservative party. ਹੁਣ ਆਈਡੀਆਜ਼ ਜਿਹੜੇ ਮੂਹਰੇ ਆ ਰਹੇ ਸੀ ਇਸ ਵੇਲੇ ਸੀ ਵੀ ਓਕੇ ਹੁਣ ਆਪਾਂ ਮੈਂਡੇਟ ਕਰਨਾ ਆ, ਸਾਰਿਆਂ ਨੂੰ ਟੀਕਾ ਲਾਉਣਾ ਪੈਣਾ, ਵੈਕਸੀਨੇਸ਼ਨ ਕਰਨੀ ਪੈਣੀ ਆ, ਮਾਸਕ ਵੀ ਲਾਉਣੇ ਪੈਣੇ ਮੁੜ ਕੇ, ਰਾਈਟ। Almost over 60% of the whole country has at least one shot. Yes. 83% or so is still, or sorry, has one shot. 60% has a double. Yes. So ਹਾਲੇ ਕਈ percent ਰਹਿੰਦਾ ਆ ਵੀ ਜਿਹੜੇ ਲੋਕ ਨਹੀਂ ਤਾਂ ਉਹ ਚਾਹੁੰਦੇ ਨਹੀਂ, ਨਾ ਉਹ ਟੀਕਾ ਲਾਉਣਾ ਚਾਹੁੰਦੇ ਆ, ਨਾ ਉਹ ਗਾਹਾਂ ਮਾਸਕ ਪਾਉਣਾ ਚਾਹੁੰਦੇ ਆ to protect each other. And then they're disrupting Mr. Trudeau's campaign rallies. Yeah, so we were already seeing this, and the conservative leader already said, I'm not going to mandate. So it's actually the most important, the number one economic recovery policy this country has right now is vaccinations. That's the number one policy. ਜੇ ਆਪਾਂ ਚਾਹੁੰਦੇ ਹਾਂ ਵੀ ਸਕੂਲਸ ਆਪਣੇ ਮੁੜ ਕੇ ਖੁੱਲ੍ਹਣ ਐਂਡ ਆਪਣੀਆਂ ਜਿਹੜੇ ਬਿਜ਼ਨਸਿਸ ਦੀਆਂ ਡੋਰਾਂ ਮੁੜ ਕੇ ਖੁੱਲ੍ਹਣ, ਕੰਮਕਾਰ ਮੁੜ ਕੇ ਚੱਲਣ, ਤਾਂ ਆਪਾਂ ਗਾਹਾਂ ਅੱਗੇ ਵਧੀਏ। It's not about survival. We're going to survive, no problem. Yes, but it's about growth. We're just sitting here now. ਕਿਉਂਕਿ ਲੋਕੀ ਜੇ ਅੰਦਰ ਹੀ ਬੈਠੇ ਰਹੇ ਤੇ ਵੈਕਸੀਨੇਸ਼ਨ ਨਹੀਂ ਹੋਇਆ ਤੇ ਜੇ ਬਿਜ਼ਨਸ ਹੈ ਜਿਹੜੇ ਥੋੜ੍ਹੇ ਥੋੜ੍ਹੇ ਓਪਨ ਹੋਣੇ ਸ਼ੁਰੂ ਹੋਏ ਆ, ਫਿਰ ਵੀ ਇਹ ਚਾਂਸ ਜੇ ਆਪਾਂ ਵੈਕਸੀਨੇਟ 80-90% ਡਬਲ ਵੈਕਸੀਨੇਸ਼ਨ ਨਾ ਹੋਇਆ, ਮੇ ਵੀ ਫਿਰ ਸ਼ਟ ਡਾਊਨ ਕਰਨਾ ਉਹੀ ਤਾਂ ਫਿਰ ਆਪਾਂ ਮੁੜ ਕੇ ਬੈਕਵਰਡ ਜਾਂਦੇ ਹਾਂ। ਆਪਾਂ ਗਰੋ, ਹਰ ਇੱਕ ਜਿਹੜਾ ਨੇਸ਼ਨ ਆ ਗਰੋ ਹੋਣਾ ਚਾਹੁੰਦਾ, we have to grow, we have to keep moving forward. Right now we're not, and this is the reason we had to do this election, because they don't want to. ਉਹ ਤਾਂ ਕਹਿੰਦੇ ਪਏ ਨਹੀਂ ਅਸੀਂ ਨਹੀਂ ਮੈਂਡੇਟ ਕਰਨਾ, ਅਸੀਂ ਆ ਨਹੀਂ ਕਰਨਾ। ਉਹਨਾਂ ਦਾ ਸੂਬਾ ਦੇਖੋ, ਕੰਜ਼ਰਵੇਟਿਵ ਜਿੱਥੇ ਜ਼ਿਆਦਾ ਹੈਗੇ ਆ, ਐਲਬਰਟਾ, ਸਾਰਿਆਂ ਨੂੰ ਕੋਈ ਸ਼ੱਕ ਨਹੀਂ, ਐਵਰੀਬਡੀ ਨੋਜ਼, ਨਾ ਉਹ ਵੈਕਸੀਨ ਲਾਉਣਾ ਚਾਹੁੰਦੇ, ਨਾ ਉਹ ਮਾਸਕ ਪਾਉਣਾ ਚਾਹੁੰਦੇ। ਉਹ ਕਹਿੰਦੇ ਵੀ ਸਾਡਾ ਇਹ ਰਾਈਟ ਜੋ ਵੀ ਹੈਗਾ ਆ। ਇੱਕ ਪਾਸੇ ਕਹਿ ਰਹੇ ਵੀ ਸਾਡਾ ਰਾਈਟ ਆ ਵੀ ਸਾਨੂੰ ਟੀਕਾ ਨਹੀਂ ਲਾਉਣਾ ਚਾਹੀਦਾ, ਦੂਜੇ ਪਾਸੇ ਉਹ ਕਹਿ ਰਹੇ ਆ ਵੀ ਵੂਮਨ ਕੋਲ ਰਾਈਟ ਨਹੀਂ ਹੈਗਾ ਵੀ if they want to do abortion or not. So these are some hypocritical things. It is. And talking about women's right to choose, and you know what happened last night in Texas, and then they banned the abortion in a very, very strict way from a Supreme Court, and there is an outcry all over the place. So what are your party's take on that? And you know, conservative, what they think about this issue? We're firm on it. Women have the right to choose. That's it. Period. So we're not going to debate the topic again. It's been done over and over, right? Where Mr. Aaron O'Toole stands on this. Yeah, he stands there. They're still unclear, and I'll talk about in Richmond specifically. That's where I'm running from, and you can even look at ਜਿਹੜੀ Richmond News ਦੇ ਵਿੱਚ paper the story ਹਾਲੇ ਕੱਲ ਪਰਸੋਂ ਨਿਕਲੀ ਹੈ। ਸਾਡੇ ਜਿਹੜੇ ਦੋ ਉੱਥੇ MP ਹੈਗੇ ਆ, ਦੋਨੇ conservative ਆ, ਤਾਂ they're avoiding the question again. After this many times, we've had how many elections? ਕਿੰਨੇ election ਹੋ ਚੁੱਕੇ ਆ, and you know there should be no question. The women have a right to choose.
and they're still haven't made their position clear, or they don't believe that it is. So in your writing, and that's a good topic and is very fitting that I ask you a question. Predominantly large community, Chinese community there. ਹਾਂਜੀ On all the federal issues, and you being a candidate, you probably door knocking. What are you hearing from Chinese community and other communities for that matter? We don't want to single out the community, but because there is a large, like in Surrey, large South Asian population, same thing, large Chinese community in Richmond. So ਉਹਨਾਂ ਦੇ ਥਾਟਸ ਐਂਡ ਵਿਚਾਰ ਜਦੋਂ ਤੁਸੀਂ ਡੋਰ ਨੌਕ ਕਰਦੇ ਹੋ ਕਿਸ ਤਰ੍ਹਾਂ ਦੇ? ਵੈਸੇ ਉਹਨਾਂ ਦਾ ਮੇਨ ਖਿਆਲ ਇਸ ਵੇਲੇ ਇਹ ਆ ਆਹ ਜਿਹੜਾ ਵੈਕਸੀਨੇਸ਼ਨਸ ਦਾ ਜਿਹੜਾ ਮਸਲਾ ਆ ਤਾਂ ਜਿਹੜਾ ਰੇਸਿਜ਼ਮ ਦਾ ਮਸਲਾ ਆ ਉਹਨਾਂ ਨੂੰ ਕਾਫੀ ਅਟੈਕ ਹੋ ਰਿਹਾ, ਉਹ ਐਕਚੁਅਲੀ ਡਰਿਓ ਆ, ਉਹ ਪਬਲਿਕ ਸੇਫਟੀ ਉਹਨਾਂ ਲਈ ਬਹੁਤ ਇੰਪੋਰਟੈਂਟ ਇਸ਼ੂ ਹੈਗਾ ਆ ਉਹਨਾਂ ਲਈ। ਸੋ ਮੈਂ ਉਹਨਾਂ ਨਾਲ ਇਹ ਗੱਲਬਾਤ ਜ਼ਿਆਦਾ ਕਰਦਾ ਹਾਂ ਵੀ ਓਕੇ, ਲਾਈਕ ਇੱਕ ਤਾਂ ਉਹਨਾਂ ਨੂੰ ਕਾਫੀ ਮਹਿਸੂਸ ਹੋ ਰਿਹਾ ਵੀ ਸਾਨੂੰ ਸਾਰੇ ਨਹੀਂ ਲਾਈਕ ਕਰਦੇ ਇਸ ਵੇਲੇ ਬਿਕਾਜ਼ ਆਫ ਕੋਵਿਡ ਐਂਡ ਕਾਫੀ ਬਲੇਮ ਉਹਨਾਂ ਨੂੰ ਮਿਲ ਰਿਹਾ ਆ, ਰਾਈਟ, ਬਟ they've done a good job. ਮਾਸਕ ਵੀ ਉਹ ਪਾਉਂਦੇ ਆ, ਟੀਕੇ ਵੀ ਉਹ ਲਾਉਂਦੇ ਆ, and the numbers in Richmond very low because of that. So Parm, that's a very good point, because ਜਦੋਂ ਦਾ ਟਰੰਪ ਨੇ pandemic COVID-19 ਨੂੰ ਕਿਹਾ ਚਾਈਨੀਜ਼ ਵਾਇਰਸ, ਉਹਦੇ ਕਰਕੇ not only in America but in Canada the race attacks against Chinese community was like grown so high by numbers. So ਉਹ community ਇਸ issue ਨੂੰ, ਜਾਂ ਤੁਸੀਂ being their representative, I don't know the percentage split in your riding, but probably will be a large community. ਕਿਸ ਤਰ੍ਹਾਂ ਦੇ ਉਹਨਾਂ ਦੇ views and how they handling this issue of race? We talked about it, ਹਾਂਜੀ, but specific to that, your riding and that community. Yeah, so public safety all the time ਉਹਨਾਂ ਲਈ ਇੱਕ big issue ਹੁੰਦਾ ਆ। ਸੋ ਅਸੀਂ ਕਾਫੀ ਗੱਲਬਾਤ ਉਹਦੇ ਬਾਰੇ ਕਰ ਰਹੇ ਹਾਂ, ਹਾਊ ਪੁਲਿਸ ਆਫਿਸਰਸ ਦੀ ਲੋੜ ਜ਼ਿਆਦਾ ਹੈਗੀ ਆ, ਉਹ ਵੀ ਅਸੀਂ ਇਸ ਪਲੇਟਫਾਰਮ ਦੇ ਵਿੱਚ ਇਨਕਰੀਜ਼ ਕਰ ਰਹੇ ਹਾਂ। ਨਾਟ ਓਨਲੀ ਇਨਵੈਸਟੀਗੇਟਿਵ ਜਿਹੜੀ ਆ for underground economy, but more police officers on the ground. So we talk about a little bit about that, but mainly ਉਹਨਾਂ ਦੀ ਆਵਾਜ਼ ਨਹੀਂ ਕੋਈ ਸੁਣਦਾ, ਰਾਈਟ। ਸੋ ਹੁਣ ਜਿਹੜੇ MP ਉੱਥੇ ਹੈਗੇ ਆ, ਉਹਨਾਂ ਨੇ ਖਾਸ ਕਰਕੇ ਹੋਰ ਵੀ ਉਹਨਾਂ ਦੇ ਸੈਂਸਿਟਿਵ ਇਸ਼ੂਜ਼ ਹੈਗੇ ਆ ਵਿਥ ਅਰਾਊਂਡ ਜਿਹੜੀ ਹਾਂਗਕਾਂਗ ਐਂਡ ਚਾਈਨਾ। ਸੋ ਉਹਨੇ ਵੀ ਇੱਕ ਸਾਈਡ ਲੈ ਲਈ within his own community, right? So ਉਹ ਵੀ ਕਹਿ ਰਹੇ ਆ, ਕਾਫੀ ਜਣੇ ਕਹਿ ਰਹੇ ਵੀ ਸਾਨੂੰ ਰੈਪਰਜੈਂਟੇਸ਼ਨ ਪੂਰੀ ਨਹੀਂ ਮਿਲ ਰਹੀ। ਸੋ ਇਹ ਸਾਰਾ ਤੁਹਾਨੂੰ ਪਤਾ ਆ, ਡਾਇਲੋਗ ਰਾਹੀਂ ਗੱਲਬਾਤ ਕਰਕੇ ਆਪਾਂ ਜੋ ਵੀ ਹੱਲ ਲਿਆਉਣਾ ਕੋਈ ਵੀ ਇਸ਼ੂ ਨੂੰ, it has to have a dialogue. Of course. Right? So I think they're happy that I'm there to be a voice for them. ਉਹਨਾਂ ਲਈ ਆਵਾਜ਼ ਵੀ ਉਠਾਉਂਗੇ, ਉਹਨਾਂ ਲਈ ਸੇਫਟੀ ਦਾ ਜੋ ਵੀ ਹੈਗੇ ਇਸ਼ੂਜ਼ ਉਹ ਵੀ ਉਹਨਾਂ ਲਈ ਅਸੀਂ ਹਾਸਲ ਕਰੂੰਗੇ, and these are the main points that we've been really discussing with them. ਬਾਕੀ ਜਨਰਲ ਕਮਿਊਨਿਟੀ ਦੇ ਵਿੱਚ ਉੱਥੇ ਜਿਹੜੀ ਮੈਂ ਗੱਲਬਾਤ ਕਰ ਚੁੱਕਾ ਮਹਿੰਗਾਈ ਬਾਰੇ, ਅਫੋਰਡੇਬਿਲਿਟੀ, ਜਿਹੜੇ ਹਾਊਸਿੰਗ ਦੇ ਆਪਸ਼ਨਸ ਹੈਗੇ ਆ, ਉਹਦੇ ਬਾਰੇ ਮੈਂ ਕਾਫੀ ਤੁਹਾਨੂੰ ਪਤਾ ਪੈਸ਼ਨੇਟਲੀ ਮੈਂ ਗੱਲ ਕਰਦਾ ਹਾਂ। ਸੋ ਜਿਹੜਾ ਸਾਡਾ ਪਲਾਨ ਹੈਗਾ ਆ, ਜਿਹੜਾ ਹਾਊਸਿੰਗ ਪਲੇਟਫਾਰਮ ਅਸੀਂ ਅੱਗੇ ਲਿਆਂਦਾ ਆ, ਉਹ ਇਟਸ ਅ ਵੈਰੀ ਕੰਪ੍ਰੀਹੈਂਸਿਵ, ਐਂਡ ਉਹਦੇ ਵਿੱਚ ਆਪਸ਼ਨਸ ਕਿੰਨੇ ਆ, especially for the young generation moving forward. So I'm excited to talk about those kinds of things, and people are very happy to hear about that. Yeah, so ਉਹਦੇ ਬਾਰੇ ਗੱਲਬਾਤ ਕਰਾਂਗੇ। ਅਫੋਰਡੇਬਿਲਿਟੀ ਇਸ਼ੂ ਬਿਗ ਇਸ਼ੂ ਆਪਣੇ ਬ੍ਰਿਟਿਸ਼ ਕੋਲੰਬੀਆ, ਲੋਅਰ ਮੇਨਲੈਂਡ 'ਚ ਖਾਸ ਕਰਕੇ, ਐਂਡ ਟੋਰਾਂਟੋ ਇਜ਼ ਦ ਸੇਮ ਇਸ਼ੂ। ਸੋ ਸਾਡੀ ਗੱਲ ਚੱਲ ਰਹੀ ਹੈ ਪਰਮ ਬੇਂਸ ਨਾਲ। So please feel free to give us a call and ask him questions. So let's talk about affordability and the young people. Like, we're hitting an average $1 million a house. So ਜਿਹੜੇ ਹੁਣ average young people with the minimum wage, they can't afford a house. So ਤੁਹਾਡੀ ਪਾਰਟੀ ਪਲੇਟਫਾਰਮ ਦੇ ਅਫੋਰਡੇਬਿਲਿਟੀ ਨੂੰ ਹੈਂਡਲ ਕਰਨ ਲਈ ਕੀ
ਕੀ ਪਲੇਟਫਾਰਮ ਹੈ? Yeah, ਜਿੱਦਾਂ ਹੁਣ ਤੁਸੀਂ ਕਹਿੰਦੇ it's not even minimum wage now. Keep in mind ਜਿਹੜਾ middle income family ਵਾਲਾ ਆ, people like myself, I'm just a university instructor, and there's even others like us who have a tough time to get into some type of housing situation, right? So ਇਹਦਾ ਕਾਰਨ ਕੀ ਆ? ਇਹ ਜੇ ਆਪਾਂ ਦੇਖੀਏ ਹੁਣ ਆਪਾਂ 3 ਲੈਵਲ ਗਵਰਨਮੈਂਟ ਚੱਲਦੇ ਇੱਥੇ, ਰਾਈਟ? ਉਹਦੇ ਵਿੱਚ ਹਰ ਇੱਕ ਲੈਵਲ 'ਤੇ ਉਹਨਾਂ ਦੀ ਰੋਲ ਹੈਗਾ ਆ ਕੋਈ ਨਾ ਕੋਈ, ਆਫ ਕੋਰਸ ਹੈ ਨਾ? ਮਿਊਨਿਸਪਲ ਲੈਵਲ 'ਤੇ ਜ਼ੋਨਿੰਗ ਦਾ ਇਸ਼ੂ ਉਹਨਾਂ ਦਾ ਆ, ਰਾਈਟ? BC ਲੈਵਲ 'ਤੇ ਜੋ ਵੀ ਫੀਸ ਵਗੈਰਾ ਹੁੰਦੀਆਂ ਆ, ਟੈਕਸੇਸ਼ਨ, ਥਿੰਗਸ ਲਾਈਕ ਦੈਟ। ਸੋ ਉਹਦੇ ਲਈ ਹੁਣ ਐਜ਼ ਅ ਫੈਡਰਲ ਲੈਵਲ ਜਿਹੜਾ ਕੈਨੇਡਾ ਹਾਊਸਿੰਗ ਸਟ੍ਰੈਟਜੀ ਅਸੀਂ ਅੱਗੇ ਹੁਣ ਲਿਆ ਰਹੇ ਹਾਂ ਮੂਹਰੇ, ਕਮਿਟਮੈਂਟ ਆ ਜਿਹੜੀ 1.4 ਮਿਲੀਅਨ ਘਰਾਂ ਬਣਾਉਣ ਦੀ, ਉਹਦੇ ਵਿੱਚ ਆਪਸ਼ਨ ਹੋਰ ਕ੍ਰੀਏਟ ਕਰਨੇ ਆ। ਸੋ ਅਸੀਂ ਗੱਲਬਾਤ ਕਰ ਰਹੇ ਵੀ ਜਿੱਦਾਂ ਹੁਣ ਆਫਿਸ ਬਿਲਡਿੰਗ ਆ, ਉਹਨਾਂ ਦੀ ਆਫਿਸ ਬਿਲਡਿੰਗਸ ਦੀ ਹੁਣ ਘੱਟ ਲੋੜ ਆ, ਸੋ ਉਹਨਾਂ ਨੂੰ ਰੈਟਰੋਫਿਟ ਕਰ ਸਕਦੇ ਆ ਟੂ ਮੇਕ ਮੋਰ ਯੂਨਿਟਸ, ਰਾਈਟ? ਹੁਣ ਉਸ ਤੋਂ ਇਲਾਵਾ ਜਿਹੜੇ ਹੈਬਿਟੈਟ ਫॉर ਹਿਊਮੈਨਿਟੀ ਜਿਹੜੇ ਘਰ ਬਣਾਉਂਦੇ ਆ, ਰਾਈਟ, ਸਿੰਗਲ ਫੈਮਿਲੀ ਟਾਈਪ ਆਫ ਸਮੋਲਰ ਹੋਮ, ਇਹ ਆਪਸ਼ਨਸ ਵਧਾਉਣ ਦੀ ਗੱਲ ਆ। ਸਪਲਾਈ ਵਧਾਉਣੀ ਪੈ, ਸਪਲਾਈ ਵਧਾਉਣੀ, ਬਟ ਸਿਰਫ ਸਪਲਾਈ ਨਹੀਂ। ਹੁਣ ਸਪਲਾਈ ਤਾਂ ਆਪਾਂ ਕਹਿ ਸਕਦੇ ਓਕੇ ਇੱਥੇ ਬਿਲਡਿੰਗ ਖੜੀ ਕਰ ਦਿਓ, ਇੱਥੇ ਲੋਟਸ ਕੱਢ ਕੇ ਇੱਥੇ ਘਰ ਬਣਾ ਦਿਓ, ਬਟ ਕਿੱਦਾਂ ਦੇ ਘਰ? ਹੁਣ ਜੇ ਤੁਸੀਂ ਦੇਖੋ ਆਪਾਂ ਜਾਂ ਤਾਂ ਟਾਊਨ ਹਾਊਸ ਆ ਜਾਂ ਤਾਂ ਅਪਾਰਟਮੈਂਟ ਬਿਲਡਿੰਗ ਆ, ਰਾਈਟ, or big house, right? And then maybe a little bit smaller, but there's a missing middle option. Whole options ਚਾਹੀਦੀਆਂ ਆ ਸਿਰਫ, you know, so whether it's duplex, fourplex, different types of styles of home. So ਉਹ ਵਧਾਉਣ ਦੇ ਵਿੱਚ ਇਹ ਪਲੇਟਫਾਰਮ ਵੀ ਉੱਥੇ ਇਹ ਧਿਆਨ ਦਊਗਾ। ਬਾਕੀ ਜਿਹੜਾ ਬੈਂਕਸ ਆ, ਬੈਂਕਸ ਦੇ ਨਾਲ ਹੁਣ ਬੈਂਕਸ ਤੁਹਾਨੂੰ ਪਤਾ ਆ they're making a lot of money, right? So we are actually working with the bank to say anything they make over $1 billion. ਹੁਣ ਜਿੱਦਾਂ Royal Bank just this week ਉਹਨਾਂ ਨੇ ਆਪ ਕੁਆਰਟਰ ਰਿਲੀਜ਼ ਕੀਤਾ, ਇਸ ਕੁਆਰਟਰ ਦੇ ਵਿੱਚ ਉਹਨੇ $4.5 billion ਬਣਾਇਆ। ਸੋ ਉਹਨਾਂ ਦਾ 10% ਉਹਨਾਂ ਨੂੰ ਟੈਕਸ ਕਰਨਾ ਆਪਾਂ ਨੂੰ ਫਾਇਦਾ ਹੈਗਾ ਆ, ਬਿਕਾਜ਼ ਹੁਣ ਆਪਾਂ ਮਿਡਲ ਇਨਕਮ 'ਤੇ ਮੁੜ ਕੇ ਟੈਕਸ ਲਾਈ ਜਾਈਏ ਜਾਂ they say the 1% or this percent ਨੂੰ ਟੈਕਸ ਲਾਈ ਜਾਈਏ, ਉੱਤੇ ਇਹ ਆਪਾਂ ਸੋਲੂਸ਼ਨ ਨਹੀਂ ਕੋਈ ਹੈਗਾ right now। ਸੋ ਤੁਹਾਡਾ ਪਲੇਟਫਾਰਮ ਜਿਹੜਾ ਹੁਣੇ ਹੀ ਆਪਣੇ ਪ੍ਰਾਈਮ ਮਿਨਿਸਟਰ ਨੇ ਜਿਹੜਾ ਪ੍ਰੈਜ਼ੈਂਟ ਕੀਤਾ ਆ, ਤੇ ਉਹਦੇ ਵਿੱਚ ਜਿਹੜੇ ਬਾਕੀ ਪਹਿਲਾਂ ਹੀ ਅਨਾਊਂਸ ਸੀ ਔਨ ਟਾਪ ਆਫ ਦੈਟ $78 ਬਿਲੀਅਨ ਦੀ ਜਿਹੜੀ ਆਪਣੇ ਇਹਨਾਂ ਦੀ ਆਪਣੇ ਖਰਚਣ ਦੀ ਜਿਹੜੀ ਸਕੀਮ ਹੈ, ਐਂਡ ਇਕੋਨਮੀ ਇਜ਼ ਵੈਰੀ ਕਲੋਜ਼ ਟੂ ਯੂਰ ਹਾਰਟ ਐਂਡ ਦੈਟਸ ਵਨ ਆਫ ਯੂਰ ਇਸ਼ੂਜ਼। ਸੋ ਇਹਨੂੰ ਜਿਹੜਾ ਇਹ ਖਰਚੇ ਹੈਗੇ ਆ, ਹੁਣ ਲੋਕਾਂ ਦਾ ਇਹ ਕੰਸਰਨ ਆ ਵੀ ਇਵੈਂਚੁਅਲੀ ਇਹਨਾਂ ਨੂੰ ਬਜਟ ਨੂੰ ਬੈਲੈਂਸ ਕਿਸ ਤਰ੍ਹਾਂ ਕਰਨਾ ਹੈ, ਕਿਉਂਕਿ ਪਹਿਲਾਂ ਤਾਂ ਪੈਂਡੈਮਿਕ ਕਰਕੇ ਕੋਈ ਚੋਇਸ ਨਹੀਂ ਸੀ, ਦੇ ਹੈਵ ਟੂ ਹੈਲਪ ਆਊਟ ਪੀਪਲ, ਅਤੇ ਉਹਨਾਂ ਨੂੰ ਜਦੋਂ ਹੈਲਪ ਆਊਟ ਕੀਤਾ ਸੋ ਉਹ ਜਿਹੜਾ ਡੈਟ ਲੋਡ ਹੈ ਉਹ ਵਧਿਆ। ਹੁਣ ਇਹ ਜਿਹੜੇ ਪੋਲੀਟੀਕਲ ਇਲੈਕਸ਼ਨ ਜਿਹੜੇ ਅਨਾਊਂਸਮੈਂਟਸ ਆ, ਇਹਦਾ ਜਿਹੜਾ ਬਰਡਨ ਪੈਣਾ ਹੈ, ਇਹਨੂੰ ਕਿਵੇਂ ਤੁਸੀਂ ਇਕੋਨਮੀ ਦੇ ਹਿਸਾਬ ਨਾਲ ਸੋਚਦੇ ਆ ਵੀ ਇਹਨੂੰ ਕਿਵੇਂ ਬੈਲੈਂਸ ਕੀਤਾ ਜਾਊਗਾ? ਸੋ it goes back to ਜਿਹੜਾ ਮੈਂ ਕਿਹਾ ਸੀ ਪਹਿਲਾਂ, what's the number one priority for us? Vaccines and finishing the fight against COVID-19. Of course, yes. This is number one economic recovery policy. ਉਹਦੇ ਨਾਲ ਆਪਾਂ ਕੰਮ ਚਲਾਉਂਗੇ, right? ਹਾਊਸਿੰਗ ਸਟ੍ਰੈਟਜੀ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ, ਜੇ ਹੁਣ ਆਪਾਂ ਦੇਖੋ ਹਾਊਸਿੰਗ ਸਟ੍ਰੈਟਜੀ ਜਿਹੜੀ ਹੈਗੀ ਆ, ਇਹਦੇ ਵਿੱਚ ਆਪਾਂ ਕਹਿ ਰਹੇ ਹਾਂ ਵੀ ਆਪਾਂ 1.4 ਮਿਲੀਅਨ ਘਰ ਬਣਾਉਣੇ, ਦੈਟਸ ਜਸਟ ਜਿਹੜਾ ਹਾਊਸ, ਰਾਈਟ? ਬਟ ਉਹਦੇ ਨਾਲ ਨਾਲ ਜਿਹੜੀ ਪੂਰੀ ਹੋਰ ਵੀ ਡਿਵੈਲਪਮੈਂਟ ਹੋਊਗੀ। ਸੋ ਆਪਾਂ ਫਿਊਲ ਕਰ ਰਹੇ ਹਾਂ, ਡਿਵੈਲਪਮੈਂਟ ਨੂੰ ਫਿਊਲ ਕਰਨਾ, ਪ੍ਰੋਗਰਾਮਸ ਨੂੰ ਫਿਊਲ ਕਰਨਾ, ਸੋ people can get into homes, people can get into work. And obviously one of the platforms that wealthy people pay more. Right, and the banks will help pay for that 3% on over $1 billion. Any bank making over $1 billion, right? So institutions helping fuel the economic recovery is how we're going to pay back. We actually have a plan, right? That's a plan. But the thing is, we can't do that
if Mr. O'Toole on the conservative side doesn't want to mandate mask, doesn't want to mandate vaccine, and because then we're stuck here. ਉਹ ਗੱਲ ਕਰ ਰਹੇ ਵੀ ਉਹ ਤੁਸੀਂ ਕਿੱਦਾਂ ਤੁਸੀਂ ਬਜਟ ਨੂੰ ਬੈਲੈਂਸ ਕਰੋ ਕਿੱਦਾਂ ਕਰੋਗੇ ਬੈਲੈਂਸ ਨੂੰ ਬਜਟ ਤੁਸੀਂ ਤਾਂ ਮਾਸਕ ਤਾਂ ਟੀਕਾ ਵੀ ਨਹੀਂ ਲਾਉਣੇ ਤਾਂ ਗਾਹਾਂ ਕਿੱਦਾਂ ਚੱਲਣਾ right so it makes no sense to me on what their argument is. So anyways ਆਪਣੇ ਕੋਲ ਹੁਣ ਲਾਸਟ 5-6 ਮਿੰਟਸ ਰਹਿ ਗਏ ਪਰ ਪਹਿਲੀ ਗੱਲ ਤਾਂ ਤੁਸੀਂ ਜਿਹੜਾ ਹੈਗਾ ਪਾਰਟੀ ਪਲੇਟਫਾਰਮ ਦੇ ਇਲਾਵਾ as a Parm Bains, what you are passionate about, the issues you think you want to bring to the forefront, thodi community ਲਈ ਆਪਣੀ community ਲਈ community in general, what areas you are passionate about? Yeah, so I do have beyond the ਜਿਹੜਾ ਘਰਾਂ ਦਾ ਹੈਗਾ ਆ ਜਿਹੜਾ ਡਿਵੈਲਪਮੈਂਟ ਆ ਤਾਂ ਬੱਚਿਆਂ ਨੂੰ ਅੱਗੇ ਕਿੱਦਾਂ ਇਹਨਾਂ ਨੇ ਇੱਥੇ ਰਹਿਣਾ ਆ there is other issues ਉਹਦੇ ਨਾਲ associated ਜਿਹੜੇ ਨਾਲ ਦੀ ਨਾਲ ਜਿਹੜੀ ਐਂਗਜ਼ਾਇਟੀ ਹੈ ਬੱਚਿਆਂ ਕੋਲ ਵੀ ਹੁਣ ਮੈਂ ਕਲਾਸਰੂਮ 'ਚ ਜਿਹਨਾਂ ਨਾਲ ਗੱਲਬਾਤ ਕਰਦਾ ਵੀ ਅਸੀਂ ਕੀ ਕਰਨਾ ਜੋਬਸ ਕਿਹੜੀਆਂ ਆ ਸਾਡੇ ਲਈ ਗਾਹਾਂ right mental health is a very big issue yes right and it's personal a little bit to me too because I know other friends who've gone through it and other people that have gone through it and ਉਹਦੇ ਵਿੱਚ ਮੈਂ ਥੋੜ੍ਹਾ ਜਿਹਾ I wanted not a little bit but there's one of the things that I saw when during my time with the Richmond Community Foundation ਜਿਹੜੀਆਂ ਸੰਸਥਾਵਾਂ ਦੇ ਨਾਲ ਮੈਂ ਕੰਮ ਕੀਤਾ ਉਹ ਜਿਹੜਾ ਸਹੂਲਤਾਂ ਜਿਹੜੀਆਂ ਉਹ ਦੇ ਰਹੇ ਆ ਉਹਦੇ ਵਿੱਚ ਜਿਹੜਾ ਗੈਪ ਮੈਂ ਕਹਿੰਦਾ ਸੀ ਹੈਗਾ ਆ ਰਾਈਟ ਮੈਂਟਲ ਹੈਲਥ ਦੇ ਲਈ ਜਿਹੜਾ ਸਪੋਰਟ ਆ ਉਹ ਬਹੁਤ ਟਾਈਮਲੀ ਨਹੀਂ ਮਿਲਦਾ ਟਾਈਮ ਸਿਰ ਨਹੀਂ ਉਹਨਾਂ ਨੂੰ ਸਪੋਰਟ ਵਰਕਰ ਮਿਲਦਾ ਸੋ ਉਹਦੇ ਵਿੱਚ ਵੀ ਅਸੀਂ ਐਕਚੁਅਲੀ ਕਾਫੀ ਪਲੇਟਫਾਰਮ ਦੇ ਵਿੱਚ ਆਈ ਐਮ ਵੈਰੀ ਹੈਪੀ ਟੂ ਸੀ that there's been some additional investment for support so people can get timely mental health care and you know again moving forward ਜੇ ਆਪਾਂ ਅੱਗੇ ਗਾਹਾਂ ਇਕੱਠਿਆਂ ਨੇ ਕੰਮ ਕਰਨਾ ਆ ਜਾਂ ਆਪਣੇ professions ਜਿਹੜੇ ਇੱਥੇ youngsters ਜਿਹੜਾ ਨੇ professional level ਤੇ ਕੰਮ ਕਰਨਾ ਆ they have to have strong mental health as well moving forward so that's another area I will focus on and it's very very fitting because you know if you see the deaths happening it's alarming already hit 1,000 mark the you know fentanyl and you know so it's British Columbia have a huge issue with that it's even more deaths than the pandemic and so it is one of the big issues and what are the solutions well I think we have to look at a lot of things we have to understand why first right so with respect to ਜਿਹੜਾ ਇਨੀਸ਼ੀਏਟਿਵਸ ਜਿਹੜੇ ਮੈਂਟਲ ਹੈਲਥ ਦੀ ਹੁਣ ਜਿੱਦਾਂ ਇਨਵੈਸਟਮੈਂਟ ਮੈਂ ਕਹਿ ਰਿਹਾ ਹਾਂ ਉਹਦੇ ਨਾਲ ਸਪੋਰਟ ਵਰਕਰ ਦੀ ਜਿਹੜੀ ਲੋੜ ਆ ਉਹਦੇ ਨਾਲ ਰਿਸਰਚ ਦੀ ਲੋੜ ਆ ਸੋ ਉੱਥੇ ਇਨਵੈਸਟਮੈਂਟ ਆਪਾਂ ਨੂੰ ਪਾਉਣੀ ਪੈਣੀ ਹੈ ਆਪਾਂ ਨੂੰ ਧਿਆਨ ਦੇਣਾ ਪੈਣਾ ਆ ਤਾਂ ਅਗਲਿਆਂ ਨੂੰ ਆਪਾਂ ਨੂੰ ਸਟਿਗਮਾ ਜਿਹੜਾ ਉਹਦੇ ਨਾਲ ਅਟੈਚ ਆ ਉਹਦੇ 'ਤੇ ਵੀ ਧਿਆਨ ਦੇਣਾ ਪੈਣਾ ਵੀ ਯੂ ਨੋ ਕੋਈ ਵੀ ਜੇ ਬੱਚਾ ਹੈਗਾ ਆ ਜਾਂ ਯੰਗ ਪ੍ਰੋਫੈਸ਼ਨਲ ਹੈਗਾ ਆ ਵੀ ਜੇ ਉਹਨਾਂ ਦੇ ਨਾਲ ਮੈਂਟਲ ਹੈਲਥ ਦਾ ਕੋਈ ਕੰਸਰਨ ਹੈਗਾ ਆ ਵੀ ਆਪਾਂ ਇਹਨੂੰ ਕਿੱਦਾਂ ਹੱਲ ਲਿਆ ਸਕਦੇ ਨਾ ਕਿ ਵੀ ਉਹਨੂੰ ਜਸਟ ਸ਼ੂ ਇਹ ਕਹਦੇ ਵੀ ਓਕੇ ਇਹ ਪਰਸਨ ਠੀਕ ਨਹੀਂ ਮੂਵ ਕੰਮ ਤੋਂ ਗਿਆ ਵਾਟਐਵਰ ਐਂਡ ਜਦੋਂ ਮੇਰੀ ਹੈਲਥ ਐਕਸਪਰਟਸ ਨਾਲ ਜਿਹੜੀ ਗੱਲ ਹੋਈ ਉਹ ਸਾਰੇ ਕਹਿੰਦੇ ਇਟਸ ਅ ਹੈਲਥ ਇਸ਼ੂ ਇਟਸ ਨਾਟ ਅ ਟੈਬੂ ਜਿਹੜਾ ਆਪਣੀ ਕਮਿਊਨਿਟੀ 'ਚ ਕਈ ਵਾਰੀ ਕਹਿ ਦਿੰਦੇ ਆ ਉਹਨੂੰ ਹੈਲਪ ਦਿਓ ਉਹਨੂੰ ਅੰਡਰਸਟੈਂਡ ਕਰੋ ਫੈਮਲੀਆਂ ਵੀ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਨਾ ਕਰਨ ਕਰਕੇ ਲੁੱਕ ਹਰੇਕ ਜਣਾ ਜੇ ਤੁਸੀਂ ਦੇਖੋ ਉਹਨਾਂ ਨੇ ਆਪਣਾ ਜੋ ਵੀ ਮਾਈਂਡ ਦੇ ਵਿੱਚ ਉਹਨਾਂ ਦੇ ਖਿਆਲ ਹੈਗੇ ਆ ਜਿਹੜੇ ਨਹੀਂ ਉਹਨਾਂ ਪੋਜ਼ੀਟਿਵ ਨਹੀਂ ਉਹਨਾਂ ਲਈ ਲਾਈਫ ਚੱਲ ਰਹੀ ਜਾਂ ਜੋ ਵੀ ਹੈਗਾ ਤੁਸੀਂ ਚਾਹੁੰਦੇ ਵੀ ਉਹ ਕੋਈ ਦੂਜੇ ਰੋਂਗ ਪਾਸੇ ਨੂੰ ਚੱਲ ਜਾਣ ਰਾਈਟ ਐਂਡ ਦੈਟਸ ਵਾਟ ਹੈਪਨਸ ਉਹ ਆਪਣੇ ਪੀਸ ਲੱਭਣ ਲਈ ਕਈ ਤਰੀਕੇ ਹੁੰਦੇ ਆ ਰਾਈਟ ਉਹ ਤਰੀਕੇ ਕੀ ਹੈਗੇ ਕੀ ਆ ਉਹ ਆਪਾਂ ਨੂੰ ਸਿੱਖਣੇ ਪੈਣੇ ਕਈ ਵਾਰੀ ਯੂ ਹੈਵ ਟੂ ਫਾਈਂਡ ਵੇਜ਼ ਟੂ ਕੋਪ ਦੋਜ਼ ਥਿੰਗਸ ਐਂਡ
you can go into a wrong direction and then never come back. And ਉਹਦੇ ਨਾਲ ਮੇਰਾ ਇਹੀ ਨੈਕਸਟ ਕੁਐਸਚਨ ਸੀਗਾ ਬਿਕਾਜ਼ ਯੂਥ ਹੈਡ ਰਿਸਕ ਤੁਸੀਂ ਉਹਨਾਂ ਨਾਲ ਕਾਫੀ ਕੰਮ ਕਰਨ ਦਾ ਮੌਕਾ ਮਿਲਿਆ ਹੈ ਤੁਹਾਨੂੰ ਕਾਫੀ ਐਕਸਪੀਰੀਅੰਸ ਕਿਸ ਤਰ੍ਹਾਂ ਦੇ ਇਸ਼ੂ ਉੱਭਰ ਕੇ ਆ ਰਹੇ ਕਿਉਂਕਿ ਉਹਦੇ ਨਾਲ ਫਿਰ ਜਿਹੜੇ ਰਿਪਲ ਇਫੈਕਟ ਹੈਗੇ ਮੈਂਟਲ ਹੈਲਥ ਲੈ ਲਓ ਡਰੱਗਸ ਐਂਡ ਗੈਂਗਸ ਲੈ ਲਓ ਉਹ ਸਾਰੇ ਇਸ਼ੂ ਜਿਹੜੇ ਹੈਗੇ what your take on that being a young person? So look, there's ਆਪਾਂ ਹੁਣ and I'm a father as well, right? So I have kids and I see it. ਮੈਂ ਕੋਚ ਵੀ ਕਰਦਾ ਸੋ ਹੋਰ ਵੀ ਬੱਚੇ ਮੇਰੇ I've probably coached over 2,000 kids in my time. So you see all kinds and you know ਹਰ ਇੱਕ ਬੱਚਾ ਜਿਹੜਾ ਆ ਉਹਨੇ ਪੜ੍ਹਨ ਦੇ ਵਿੱਚ ਨਹੀਂ ਸਟਰੋਂਗ ਹੋਣਾ ਖੇਡਣ 'ਚ ਨਹੀਂ ਸਟਰੋਂਗ ਹੋਣਾ ਸੋ ਕਈ ਜਿਹੜੇ ਗੱਭੇ ਇਨ ਬਿਟਵੀਨ ਹੈਗੇ ਬੱਚੇ ਰਾਈਟ ਉਹਨਾਂ ਨੂੰ ਕਈ ਵਾਰੀ ਲੋੜ ਪੈਂਦੀ ਹੈ ਆਪਾਂ ਨੂੰ ਹੋਰ ਕੰਮ ਕਰਨ ਲਈ ਉਹਨਾਂ ਦੇ ਨਾਲ ਕਰਕੇ ਉਹਨਾਂ ਨੇ ਹੋਰ ਕਿਤੇ ਉਹ ਜਿਹੜੀ ਐਕਸੈਪਟੈਂਸ ਜਿਹੜੀ ਹੈਗੀ ਆ ਲੱਭਣੀ ਆ ਕਿਤੇ ਸੋ ਦੈਟਸ ਔਨ ਅ ਛੋਟੇ ਬੱਚਿਆਂ ਦੇ ਲੈਵਲ 'ਤੇ ਦੈਟਸ ਅ ਬਿਗ ਥਿੰਗ ਫॉर them ਰਾਈਟ ਸੋ all I can say is ਆਪਣਾ ਟਾਈਮ ਸਪੈਂਡ ਕਰੋ with the kids and try to find out ਵੀ ਕੀ you know ਉਹਨਾਂ ਦੀ ਲਾਈਫ ਦੇ ਵਿੱਚ ਕੀ ਬੋਦਰ ਕਰ ਰਿਹਾ ਆ ਉਹਨਾਂ ਨੂੰ you know ਟਾਈਮ ਦਿਓ that's all we can really figure out but moving forward ਕਈ ਵਾਰੀ ਉਸ ਟਾਈਮ ਤੋਂ ਉਹ ਨਿੰਘ ਜਾਂਦੇ ਆ ਤਾਂ ਉਹ ਯੰਗ ਪ੍ਰੋਫੈਸ਼ਨਲ ਬਣ ਜਾਂਦੇ ਤਾਂ ਫਿਰ ਹਾਲੇ ਵੀ ਉਹਨਾਂ ਦੇ ਜਿਹੜੇ ਇਸ਼ੂਜ਼ ਹੈਗੇ ਆ ਨਹੀਂ ਆਪਾਂ ਅਟੈਂਸ਼ਨ ਨਹੀਂ ਦਿੱਤੀ ਉਹਨਾਂ ਨੂੰ ਐਂਡ ਦੈਟਸ ਵੇਅਰ ਯੂ ਸੀ ਸਮ ਆਫ ਥੀਸ ਅਦਰ ਇਸ਼ੂਜ਼ ਹੈਪਨਿੰਗ ਐਂਡ ਥੋੜੀ ਜਿਹੜੀ ਸਪੈਸੀਫਿਕ ਰਾਈਡਿੰਗ ਹੈ ਜਾਂ ਰਿਚਮੰਡ ਹੈਗਾ ਆ ਸਟੀਵਸਟਨ ਰਿਚਮੰਡ ਉਹਨਾਂ ਦੇ obviously will be similar issues in the riding. Is any specific issues you want to address that are happening in your community where you're running and going to represent? So I would say the primary issue there is the affordability issue. ਉੱਤੇ ਆਪਾਂ ਹੁਣ ਕਾਫੀ ਗੱਲਬਾਤ ਕਰ ਚੁੱਕੇ ਹਾਂ ਆਈਡੀਆਜ਼ ਹੈਗੇ ਆ ਆਪਾਂ ਨੂੰ ਉਹਨੂੰ ਇੰਪਲੀਮੈਂਟ ਕਰਨਾ ਪੈਣਾ ਆ ਮੈਸੇਜ ਸ਼ੇਅਰ ਕਰਨਾ ਪੈਣਾ ਉਹਦੇ ਬਾਰੇ ਬਾਕੀ ਟਰਾਂਸਪੋਰਟੇਸ਼ਨ ਤੁਹਾਨੂੰ ਪਤਾ ਹੈ ਆਪਣਾ ਜਿਹੜਾ ਟਨਲ ਆ ਉਹਦੀ ਹੁਣ ਡਿਸੀਜਨ ਬਣ ਗਈ ਬਣਨ ਲਈ ਉਹਦੇ ਵਿੱਚ ਮੈਂ ਥੋੜ੍ਹਾ ਜਿਹਾ ਚਾਹੁੰਦਾ ਸੀ ਪਈ ਉਹਦੇ ਵਿੱਚ ਰੈਪਿਡ ਟ੍ਰਾਂਜ਼ਿਟ ਵੀ ਇਨਕਲੂਡ ਹੋਵੇ ਬਟ ਸਾਡੇ ਵੱਲੋਂ ਆਪਣੇ ਫੈਡਰਲ ਸਰਕਾਰ ਵੱਲੋਂ ਆਲਰੇਡੀ ਮਨੀ ਐਲੋਕੇਟਡ ਹੋ ਗਈ ਆ ਤਾਂ ਸੂਬੇ ਨੇ ਤਾਂ ਮਿਊਨਿਸਪੈਲਿਟੀ ਨੇ ਡਿਸਾਈਡ ਕਰ ਲਿਆ ਸੋ ਆਮ ਹੈਪੀ ਅਬਾਊਟ ਦੈਟ corridor that there's something being done an improvement possibly being made. But people are not happy. No. Like making 2 tunnels and replacing with the same lanes versus having a 8-10 lane highway. What are your take on that? Yeah, so I mean I think ਉਹਦੇ ਨਾਲ ਜਿਹੜਾ ਪਹਿਲਾ ਪਲਾਨ ਸੀਗਾ ਉਹਦੇ ਵਿੱਚ ਰੈਪਿਡ ਟ੍ਰਾਂਜ਼ਿਟ ਵੀ ਸੀਗੀ ਤਾਂ ਉਸ ਤੋਂ ਇਲਾਵਾ ਜਿਹੜੇ ਲੇਨਸ ਹੁਣ ਕਾਫੀ ਉਹ ਵੱਡਾ ਬ੍ਰਿਜ ਸੀ ਸੋ I don't know municipal level ਤੇ ਸਾਰੇ ਨਹੀਂ ਸੀ ਖੁਸ਼ ਉਹ ਕਾਫੀ ਬਿਗ ਪਲਾਨ ਸੀਗਾ ਬਟ ਐਟ ਲੀਸਟ ਉਹਦੇ ਵਿੱਚ ਆਪਸ਼ਨਸ ਕਈ ਹੋਰ ਵੀ ਸੀਗੀਆਂ ਅੱਗੇ ਮੂਵਿੰਗ ਫੋਰਵਰਡ ਟਾਈਪ ਆਫ ਆਪਸ਼ਨਸ ਹੁਣ ਕਹਿ ਰਹੇ ਆ ਵੀ ਜਿਹੜਾ ਟ੍ਰੈਫਿਕ ਆ ਉਹਦੀ ਬੜੀ ਇੰਪਰੂਵਮੈਂਟ ਨਹੀਂ ਹੋਣੀ ਐਂਡ ਜੇ ਆਪਾਂ ਨੂੰ ਪਤਾ ਆ ਆਲਰੇਡੀ ਸਾਰੇ ਜਣੇ ਕਹਿ ਰਹੇ ਆ ਵੀ ਗਰੋਥ ਤਾਂ ਇੱਥੇ ਹੋਊਗੀ of course right I think we're expecting another 1 million people to the area in the next few years and then from there we have everybody transitioning to electric cars so ਕਾਰਾਂ ਚੋਂ ਨਹੀਂ ਨਿਕਲਣਾ right like the idea ਇਹ ਆ ਵੀ ਜੇ ਟ੍ਰੇਨ ਜਾਂ ਕੁਛ ਹੁੰਦੀ ਫਿਰ ਅਗਲੇ ਕਾਰਾਂ ਚੋਂ ਵੀ ਨਿਕਲ ਸਕਦੇ ਪਰ ਹੁਣ ਜੇ ਨਹੀਂ ਹੈਗੀ ਸੋ ਹੁਣ ਕਾਰਾਂ ਤਾਂ ਫਿਰ ਵੀ ਲੋਕਾਂ ਨੇ ਡਰਾਈਵ ਕਰਨੀਆਂ ਆ right so yeah we're hopeful ਕਿਉਂਕਿ environment ਵੀ so and for us as a liberal government environment ਤੇ ਅਸੀਂ ਕਾਫੀ aggressive plan ਹੈ ਸਾਡਾ so ਅਸੀਂ ਚਾਹੁੰਦੇ ਪਈ ਕਾਰਾਂ switch ਕਰੀਏ to electric transit right and we should have more rapid transit so maybe in the future we'll have to focus and put a new tunnel and then put a new bridge over top or something like that. So Parm, we have last couple of minutes and your final message to our viewers and listeners and ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ
ਬਸ ਮੈਂ ਇੰਨਾ ਕਹਿਣਾ ਚਾਹੁੰਦਾ ਟੂ ਐਵਰੀਬਡੀ ਆਪਣੇ ਰਿਚਮੰਡ ਸਟੀਵਸਟਨ ਈਸਟ ਦੇ ਵਿੱਚ ਜਿਹੜਾ ਆਪਣਾ ਏਰੀਆ ਹੈਗਾ ਆ ਰਿਚਮੰਡ ਦੇ ਵਿੱਚ ਮੈਂ ਹੁਣ ਸਾਰੀ ਲਾਈਫ ਮੈਂ ਉੱਥੇ ਗੁਜ਼ਾਰੀ ਐਂਡ ਮੈਂ ਉੱਥੇ ਕੋਚ ਵੀ ਕਰਦਾ ਹਾਂ, ਮੈਂ ਉੱਥੇ ਪੜ੍ਹਾਉਣਾ ਵੀ ਉੱਥੇ ਹੀ ਹਾਂ ਐਂਡ ਮੇਰਾ ਜਿਹੜਾ ਲੋਕ ਸੰਪਰਕ ਦੇ ਨਾਲ ਕੰਮ ਆ ਬਾਕੀ ਸੰਸਥਾਵਾਂ ਦੇ ਨਾਲ ਮੇਰਾ ਸਾਰਾ ਮੇਰੀ ਲਾਈਫ ਉੱਥੇ ਐਕਚੁਅਲੀ ਰਿਚਮੰਡ ਦੇ ਵਿੱਚ ਕਾਫੀ ਇਨਵੋਲਵਮੈਂਟ ਹੈਗੀ ਹੈ ਕਮਿਊਨਿਟੀ ਦੇ ਵਿੱਚ ਤਾਂ ਸੈਪਟੈਂਬਰ 20 ਨੂੰ ਜ਼ਰੂਰ ਵੋਟ ਪਾਇਓ ਤਾਂ ਆਪਾਂ ਨੂੰ ਲਿਬਰਲ ਪਾਰਟੀ ਦੀ ਉੱਥੇ ਲੋੜ ਹੈਗੀ ਆ ਕਰਕੇ ਜਿਹੜੀ ਆਪਣੀ ਕਮਿਊਨਿਟੀ ਉਸ ਏਰੀਆ ਦੇ ਵਿੱਚ ਆ ਉਹ ਬਹੁਤ ਡਾਈਵਰਸ ਕਮਿਊਨਿਟੀ ਹੈਗੀ ਆ ਤਾਂ ਆਪਾਂ ਨੂੰ ਲੀਡਰਸ਼ਿਪ ਉੱਥੇ ਉਹ ਚਾਹੀਦੀ ਹੈ ਜਿਹੜੀ ਸਾਰਿਆਂ ਨੂੰ ਅੰਡਰਸਟੈਂਡ ਕਰ ਸਕਦੀ ਹੈ ਸੋ ਰਾਈਟ ਨਾਓ ਜਿਹੜੇ ਉੱਥੇ MP ਹੈਗੇ ਆ ਉਹ ਤਾਂ ਕਿਸੇ ਨੇ ਦੇਖੇ ਵੀ ਨਹੀਂ ਸੋ some people don't even know his name. ਓਕੇ ਥੈਂਕ ਯੂ ਵੈਰੀ ਮੱਚ ਪਰਮ ਤੁਸੀਂ ਸਾਡਾ ਇਨਵੀਟੇਸ਼ਨ ਕਬੂਲ ਕਰਕੇ ਤੇ ਵਿਚਾਰ ਆਪਦੇ ਸਾਂਝੇ ਕੀਤੇ ਹੈ ਆਈ ਆਲਵੇਜ਼ ਇਨ ਫੇਵਰ ਆਫ ਯੂਥ ਕਮਿੰਗ ਫਾਰਵਰਡ ਐਂਡ ਪੁਟਿੰਗ ਦੇਅਰ ਨੇਮ ਫਾਰਵਰਡ ਐਂਡ ਆਈ ਵਿਸ਼ ਯੂ ਅ ਗੁੱਡ ਲੱਕ ਥੈਂਕ ਯੂ ਵੈਰੀ ਮੱਚ CJ ਸਾਰੇ ਤੁਹਾਡੇ ਦੇਖਣ ਵਾਲਿਆਂ ਨੂੰ ਬਹੁਤ ਮਿਹਰਬਾਨੀ ਮੈਨੂੰ ਮੌਕਾ ਦਿੱਤਾ ਅੱਜ ਐਂਡ ਆਈ ਲੁੱਕ ਫਾਰਵਰਡ ਟੂ ਕਮਿੰਗ ਬੈਕ ਡੈਫੀਨੇਟਲੀ ਸੋ ਸਾਡੀ ਗੱਲ ਚੱਲ ਰਹੀ ਸੀ ਪਰਮ ਬੇਨਸ ਜਿਹੜੇ ਕਿ ਮੈਂਬਰ ਆਫ ਪਾਰਲੀਮੈਂਟ ਲਈ ਲਿਬਰਲ ਕੈਂਡੀਡੇਟ ਹੈ ਰਾਈਡਿੰਗ ਉਹ ਸਟੀਵਸਟਨ ਰਿਚਮੰਡ ਈਸਟ ਤੋਂ ਸੋ ਜਿਸ ਤਰ੍ਹਾਂ ਗੱਲਬਾਤ ਹੋ ਰਹੀ ਸੀ ਕਾਫੀ ਖੁੱਲ੍ਹੀ ਕਨਵਰਸੇਸ਼ਨ ਹੋਈ ਕਿ ਆਪਣੇ ਜਿਹੜੇ ਯੂਥ ਹੈ ਯੂਥ ਦੇ ਜਿਹੜੇ ਕੰਸਰਨ ਅੰਡਰਸਟੈਂਡ ਕਰਦੇ ਹੈ ਉਹ ਆ ਕੇ ਕਿਵੇਂ ਕਮਿਊਨਿਟੀਆਂ ਦੇ ਵਿੱਚ ਆਪਦੇ ਡਿਫਰੈਂਸ ਮੇਕ ਕਰ ਸਕਦੇ ਆ ਸੋ ਇਸੇ ਤਰ੍ਹਾਂ ਹੀ ਡਿਫਰੈਂਟ ਪਾਰਟੀਆਂ ਦੇ ਪਲੈਟਫਾਰਮ ਜਿਹੜੇ ਆ ਉਹਨਾਂ ਨੂੰ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ ਉਹ ਮੇਰੇ ਸ਼ੋਅ 'ਚ ਆ ਕੇ ਆਪਦੇ ਵਿਚਾਰ ਸਾਂਝੇ ਕਰ ਸਕਦੇ ਆ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਦੇ ਕੇ ਆਪਣੀ ਕਮਿਊਨਿਟੀ ਨੂੰ ਇਹ ਪਤਾ ਚੱਲ ਸਕੇ ਕਿ ਹਰ ਪਾਰਟੀ ਦਾ ਪਲੈਟਫਾਰਮ ਕੀ ਹੈ ਤਾਂ ਕਿ ਤੁਸੀਂ ਆਪਦਾ ਡਿਸੀਜਨ ਬਣਾ ਸਕੋ ਅਤੇ ਉਸ ਹਿਸਾਬ ਨਾਲ ਪੂਰਾ ਇਨਫੋਰਮਡ ਡਿਸੀਜ਼ਨ ਬਣਾ ਕੇ ਫਿਰ ਤੁਸੀਂ ਵੋਟ ਪਾਓ ਤਾਂ ਕਿ ਆਪਾਂ ਉੱਥੇ ਸਹੀ ਬੰਦੇ ਭੇਜ ਕੇ ਸਹੀ ਸਰਕਾਰ ਬਣਾ ਕੇ ਕੈਨੇਡਾ ਨੂੰ ਹੋਰ ਵੀ ਵਧੀਆ ਮੁਲਕ ਬਣਾ ਸਕੀਏ ਥੈਂਕ ਯੂ ਫॉर ਵਾਚਿੰਗ ਬਹੁਤ ਬਹੁਤ ਧੰਨਵਾਦ ਹੈਵ ਅ ਵੰਡਰਫੁਲ ਹੈਪੀ ਹੈਲਥੀ ਵੀਕਐਂਡ ਪਰ ਇਸ ਦੇ ਨਾਲ ਇੱਕ ਗੱਲ ਨਾ ਪੁੱਜੋ ਜੇ ਤੁਸੀਂ ਵੈਕਸੀਨ ਨਹੀਂ ਲਵਾਇਆ ਉਹ ਜ਼ਰੂਰ ਲਵਾਓ ਜੇ ਦੂਜਾ ਨਹੀਂ ਲਵਾਇਆ ਦੂਜਾ ਜ਼ਰੂਰ ਲਾਓ ਅਤੇ ਬਾਕੀ ਜਿਹੜੀ ਆਪਣੇ ਡਾਕਟਰ ਬੋਨੀ ਹੈਨਰੀ ਜਾਂ ਜਿਹੜੇ ਵੀ ਹੈਲਥ ਕੇਅਰ ਜਾਂ ਸਾਇੰਸ ਆਪਾਂ ਨੂੰ ਕਹਿ ਰਹੀ ਉਹਨੂੰ ਸੁਣਨਾ ਚਾਹੀਦਾ ਇਹ ਜਿਹੜੇ ਮਾਈਨੋਰਿਟੀ ਵਿੱਚ ਥੋੜ੍ਹੇ ਜਿਹੇ ਬੰਦੇ ਜਿਹੜੇ ਗੁੰਮਰਾਹ ਹੋਏ ਹੈ ਅਤੇ ਕਹਿ ਰਹੇ ਆ ਕਿ ਮਾਸਕ ਨਹੀਂ ਐਂਟੀ ਮਾਸਕਰ ਐਂਟੀ ਵੈਕਸੀਨਰ ਇਹ ਜਿਹੜੇ ਹੈਗੇ ਇਹਨਾਂ ਦੀਆਂ ਗੱਲਾਂ ਸੁਣ ਕੇ ਇਹ ਹੋਰ ਖਰਾਬੀ ਪਾਉਣਗੇ ਅਤੇ ਆਪਣਾ ਜਿਹੜਾ ਇਹ ਸਫ਼ਰ ਹੈ ਪੈਂਡੈਮਿਕ ਦਾ ਇਹ ਹੋਰ ਵੀ ਲੰਬਾ ਹੋ ਜਾਊਗਾ ਧੰਨਵਾਦ ਸਤਿ ਸ਼੍ਰੀ ਅਕਾਲ ਇਸੇ ਹੀ ਤਰ੍ਹਾਂ ਮੇਰਾ ਸ਼ੋਅ ਐਵਰੀ ਥਰਸਡੇ 7 to 8 ਜ਼ਰੂਰ ਦੇਖਿਆ ਕਰੋ ਸਤਿ ਸ਼੍ਰੀ ਅਕਾਲ